ਸਤਿ ਸ੍ਰੀ ਅਕਾਲ, ਸਵਾਗਤ ਹੈ ਗੌਰਵ ਸ਼ੁਕਲਾ। ਮੈਂ ਹਾਂ ਤੁਹਾਡੇ ਨਾਲ। ਖਬਰਾਂ ਦੇ ਪ੍ਰਾਈਮ ਟਾਈਮ ਦੇ ਵਿੱਚ ਅੱਜ ਗੱਲ ਆਰ-ਪਾਰ ਦੀ। ਜੀ ਹਾਂ, ਜਦੋਂ ਬਿਆਨਬਾਜ਼ੀਆਂ ਤੋਂ ਗੱਲ ਅੱਗੇ ਵਧਦੀ ਨਜ਼ਰ ਆਵੇ ਔਰ ਪ੍ਰੈਸ ਕਾਨਫਰੰਸ ਵਰਸਸ ਪ੍ਰੈਸ ਕਾਨਫਰੰਸ ਹੋ ਜਾਵੇ, ਚਿੱਠੀ ਦੇ ਜਵਾਬ ਦੇ ਵਿੱਚ ਗਵਰਨਰ ਸਾਹਮਣੇ ਆ ਕੇ ਖੁਦ ਬੈਠ ਕੇ ਸਿੱਧਾ ਸਰਕਾਰ ਦੇ ਉੱਤੇ ਨਿਸ਼ਾਨੇ ਸਾਧਣ ਤੇ ਦੱਸਣ ਕਿ ਮੇਰੇ ਕੋਲ ਤਜਰਬਾ ਬਹੁਤ ਹੈ, ਮੇਰੇ ਕੋਲੋਂ ਆ ਕੇ ਸਿੱਖ ਲਵੋ, ਤਾਂ ਫਿਰ ਇਹ ਸਵਾਲ ਉੱਠਣੇ ਲਾਜ਼ਮੀ ਨੇ ਕਿ ਇਹ ਸਥਿਤੀ ਬਣੀ ਕਿਉਂ ਹੈ। जी हां, शुरुआत इस दिन वाली आर पार के मूड के इस समय दोवें धिरां नजर आ रही ने। एक पासे सरकार है, दूजे पासे राजपाल ने। सरकार ने चिट्ठी लिखी सी, मुख्यमंत्री ने PAU ਦੇ VC ਦੀ ਨਿਯੁਕਤੀ ਦੇ ਉੱਤੇ ਕਿਹਾ ਸੀ ਅਸੀਂ VC ਨੂੰ ਨਹੀਂ ਹਟਾਉਣਾ, ਤਾਂ ਰਾਜਪਾਲ ਸਾਹਮਣੇ ਆ ਗਏ, ਮੀਡੀਆ ਦੇ ਬੜੀ ਤਫਸੀਲ ਦੇ ਨਾਲ ਪੁਆਇੰਟ ਦਰ ਪੁਆਇੰਟ ਗੱਲ ਕੀਤੀ, ਸਰਕਾਰ ਨੂੰ ਘੇਰਿਆ। ਜੀ ਹਾਂ, VC ਤੇ ਰਾਜਪਾਲ ਦੇ ਵਿਚਾਲੇ ਆਰ ਪਾਰ ਹੁਣ ਨਜ਼ਰ ਆ ਰਿਹਾ ਹੈ ਔਰ VC ਦੇ ਹੱਕ ਦੇ ਵਿੱਚ ਸਰਕਾਰ ਤੇ ਰਾਜਪਾਲ ਦੇ ਖਿਲਾਫ ਕਾਨੂੰਨ ਦੀ ਪਾਲਣਾ ਨਹੀਂ ਕਰ ਰਹੀ ਸਰਕਾਰ, ਇਸ ਸਮੇਂ ਇਲਜ਼ਾਮ ਲੱਗ ਰਹੇ ਨੇ। ਤਾਂ ਇੱਥੋਂ ਹੀ ਸ਼ੁਰੂਆਤ ਕਰਨ ਜਾ ਰਹੇ ਹਾਂ। VC ਤੇ ਸਰਕਾਰ ਰਾਜਪਾਲ ਦੇ ਵਿੱਚ ਆਰ ਪਾਰ ਨਜ਼ਰ ਆਉਂਦੇ ਨੇ। ਤੇ ਰਾਜਪਾਲ ਪ੍ਰੈਸ ਕਾਨਫਰੰਸ ਕਰਨ ਆਏ ਤੇ ਉਹਨਾਂ ਨੇ ਇਲਜ਼ਾਮ ਲਗਾਇਆ ਕਿ ਕਾਨੂੰਨ ਦੀ ਪਾਲਣਾ ਨਹੀਂ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ, ਤੇ ਰਾਜਪਾਲ ਨੇ ਸਰਕਾਰ ਨੂੰ ਦੋ ਟੁਕ ਕਹਿ ਦਿੱਤਾ ਕਿ VC ਨਹੀਂ ਹਟਾਇਆ ਤਾਂ ਫਿਰ ਕਾਨੂੰਨੀ ਸਲਾਹ ਉਹਨਾਂ ਦੇ ਵੱਲੋਂ ਲਈ ਜਾਵੇਗੀ। VC ਦੇ ਉੱਤੇ ਸਰਕਾਰ ਤੇ ਰਾਜਪਾਲ ਦੇ ਵਿੱਚ ਆਰ ਪਾਰ ਹੈ। ਤਾਂ VC ਦੇ ਹੱਕ ਦੇ ਵਿੱਚ ਇਸ ਸਮੇਂ ਸਰਕਾਰ ਖੜੀ ਨਜ਼ਰ ਆ ਰਹੀ ਹੈ ਤੇ ਸਿੱਧਾ ਤੌਰ ਦੇ ਉੱਤੇ ਸਰਕਾਰ ਨੇ ਕਹਿ ਦਿੱਤਾ ਕਿ ਅਸੀਂ VC ਦੀ ਨਿਯੁਕਤੀ ਬਿਲਕੁਲ ਕਾਨੂੰਨ ਦੇ ਮੁਤਾਬਿਕ ਹੋਈ ਹੈ, ਬੋਰਡ ਕਰ ਸਕਦਾ ਹੈ ਕਾਨੂੰਨ ਦੇ ਮੁਤਾਬਿਕ, ਤੇ ਇਸ ਕਰਕੇ ਉਸ ਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਹੈ। ਤਾਂ VC ਦੀ ਨਿਯੁਕਤੀ ਦੇ ਉੱਤੇ ਆਰ ਪਾਰ ਇਸ ਸਮੇਂ ਜ਼ਰੂਰ ਨਜ਼ਰ ਆ ਰਹੀ ਹੈ ਸਰਕਾਰ, ਤੇ ਦੂਜੇ ਪਾਸੇ ਮੁੱਖ ਮੰਤਰੀ ਤੇ ਦੂਜੇ ਪਾਸੇ ਰਾਜਪਾਲ। मैं कुछ भी नहीं बोल सकता। मैंने आपको पहले जवाब आज जो पूछा था कि क्या होगा, तो मैंने कहा लीगल ओपिनियन लूंगा। मैं 3 बार मतलब एक्सटेंशन के लिए चांसलर के पास फाइल आती है, 3 बार एक्सटेंशन के लिए, और फाइनल जब अपॉइंटमेंट आता है उसकी जरूरत नहीं है। यदि चांसलर का कोई रोल ही नहीं है तो ये फाइल 3 बार कैसे आई, फिर चौथी बार क्यों नहीं आई? अपॉइंटमेंट में रोल नहीं है, एक्सटेंशन में रोल है। दिस इज नंबर 1 इशू। ਤਾਂ VC ਦੀ ਨਿਯੁਕਤੀ ਦੇ ਉੱਤੇ ਰਾਜਪਾਲ ਨੇ ਸਰਕਾਰ ਦੇ ਖਿਲਾਫ ਮੋਰਚਾ ਖੋਲਿਆ ਹੋਇਆ ਤੇ ਸਭ ਤੋਂ ਅਹਿਮ ਗੱਲ ਜੋ ਇਸ ਸਮੇਂ ਉਹਨਾਂ ਦੇ ਵੱਲੋਂ ਕਹੀ ਗਈ ਤੇ ਜ਼ਿਕਰ ਕਰ ਰਹੇ ਨੇ VC ਕਿ 3 ਹੁਣ ਤੱਕ ਜਿਹੜੇ ਕਾਰਜਕਾਰੀ VC ਲਗਾਏ ਗਏ ਨੇ। ਰਾਜਪਾਲ ਇਹ ਜ਼ਿਕਰ ਕਰ ਰਹੇ ਨੇ ਕਿ ਜਿਹੜੇ 3 ਪਿਛਲੇ 1 ਸਾਲ ਦੇ ਵਿੱਚ ਕਾਰਜਕਾਰੀ VC ਲਗਾਏ ਗਏ ਨੇ ਤੇ ਉਸ ਦੇ ਲਈ ਰਾਜ ਭਵਨ ਫਾਈਲ ਪਹੁੰਚਦੀ ਹੈ, ਰਾਜਪਾਲ ਜਿਹੜੇ ਹੈਗੇ ਨੇ ਉਸ ਨੂੰ ਅਪਰੂਵਲ ਦਿੰਦੇ ਨੇ, ਤਾਂ ਜਦੋਂ ਕਾਰਜਕਾਰੀ VC ਦੇ ਲਈ ਐਕਸਟੈਂਸ਼ਨ ਦੇ ਤੌਰ ਦੇ ਉੱਤੇ ਫਾਈਲ ਭੇਜ ਦਿੱਤੀ ਜਾਂਦੀ ਹੈ ਤਾਂ ਫਿਰ ਆਖਿਰ ਜਦੋਂ ਰੈਗੂਲਰ ਕੋਈ VC ਲਗਾਇਆ ਜਾ ਰਿਹਾ, ਵਾਈਸ ਚਾਂਸਲਰ ਲਗਾਇਆ ਜਾ ਰਿਹਾ, ਤਾਂ ਫਿਰ ਚਾਂਸਲਰ ਨੂੰ ਕਿਉਂ ਨਹੀਂ ਪੁੱਛਿਆ ਜਾਂਦਾ, ਰਾਜਪਾਲ ਦੇ ਕੋਲ ਕਿਉਂ ਨਹੀਂ ਪੁੱਛਿਆ ਗਿਆ। ਤੇ ਰਾਜਪਾਲ ਇਹ ਕਹਿੰਦੇ ਨਜ਼ਰ ਆਏ ਕਿ ਜਦੋਂ 3 ਵਾਰੀ ਫਾਈਲ ਭੇਜੀ ਤਾਂ ਉਸ ਸਮੇਂ ਕਾਨੂੰਨ ਕੀ ਵੱਖਰੇ ਸੀ ਤੇ ਅੱਜ ਕੀ ਵੱਖਰੇ ਨੇ, ਤਾਂ ਇਸ ਤਰੀਕੇ ਨਾਲ ਵਾਰ ਪਲਟਵਾਰ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਤਾਂ ਆਮੋ ਸਾਹਮਣੇ ਨੇ ਬਹੁਤ ਵੱਡੇ ਅਹੁਦਿਆਂ ਉੱਤੇ ਦੋਵੇਂ ਇਸ ਸਮੇਂ ਜਿਹੜੇ ਲੋਕ ਬੈਠੇ ਹੋਏ ਨੇ, ਇੱਕ ਪਾਸੇ CM ਨੇ ਤਾਂ ਦੂਜੇ ਪਾਸੇ ਰਾਜਪਾਲ ਨੇ। ਤਾਂ CM ਕਹਿੰਦੇ ਨਜ਼ਰ ਆ ਰਹੇ ਨੇ ਕਿ ਦਖਲਅੰਦਾਜ਼ੀ ਲੋਕ ਬਰਦਾਸ਼ਤ ਨਹੀਂ ਕਰਨਗੇ, ਤਾਂ ਰਾਜਪਾਲ ਨੇ ਉਸ ਦਾ ਜਵਾਬ ਦਿੱਤਾ ਕਿ ਦਖਲਅੰਦਾਜ਼ੀ ਵਾਲੀ ਗੱਲ ਕਹਿ ਕੇ ਤੁਸੀਂ ਲੋਕਾਂ 'ਚ ਗਲਤ ਸੰਦੇਸ਼ ਦੇ ਰਹੇ ਹੋ, VC ਦੀ ਨਿਯੁਕਤੀ ਰੱਦ ਨਹੀਂ ਕੀਤੀ ਜਾਵੇਗੀ। ਤੇ ਰਾਜਪਾਲ ਨੇ ਕਿਹਾ ਕਿ ਜੇ ਨਾ ਹਟਾਏ VC ਤਾਂ ਮੈਂ ਕਾਨੂੰਨੀ ਸਲਾਹ ਲਵਾਂਗਾ। CM ਨੇ ਕਿਹਾ ਕਿ ਅਸੀਂ ਲੋਕਾਂ ਦੀ ਚੁਣੀ ਹੋਈ ਸਰਕਾਰ ਹਾਂ, ਤਾਂ ਰਾਜਪਾਲ ਕਹਿ ਰਹੇ ਨੇ ਕਿ ਮੈਂ ਸੰਵਿਧਾਨ ਦੇ ਮੁਤਾਬਿਕ ਸੂਬੇ ਦਾ ਸੰਵਿਧਾਨਿਕ ਮੁਖੀ ਹਾਂ, ਤੁਸੀਂ ਸਾਡੇ ਕੰਮਕਾਜ ਦੇ ਵਿੱਚ ਦਖਲਅੰਦਾਜ਼ੀ ਕਰ ਰਹੇ ਹੋ। ਤਾਂ ਇਸ ਦੇ ਉੱਤੇ ਰਾਜਪਾਲ ਨੇ ਕਿਹਾ ਕਿ ਨਹੀਂ, ਬਲਕਿ ਤੁਸੀਂ ਮੇਰੇ ਕੰਮ 'ਚ ਦਖਲਅੰਦਾਜ਼ੀ ਕਰ ਰਹੇ ਹੋ। ਤਾਂ ਇਸ ਤਰੀਕੇ ਦੇ ਇਲਜ਼ਾਮ ਲਗਾਏ ਗਏ। मतलब एक्सटेंशन के लिए चांसलर के पास फाइल आती है, 3 बार एक्सटेंशन के लिए,
और फाइनल जब अपॉइंटमेंट आता है उसकी जरूरत नहीं है। यदि चांसलर का कोई रोल ही नहीं है तो ये फाइल 3 बार कैसे आई, फिर चौथी बार क्यों नहीं आई? अपॉइंटमेंट में रोल नहीं है, एक्सटेंशन में रोल है। दिस इज नंबर 1 इश्यू। चांसलर का रोल और गवर्नर का रोल अलग अलग है, दोनों में एक काफी फर्क है। एज ए चांसलर यूनिवर्सिटी की गाइड करना, यूनिवर्सिटी का सब काम करना, ये चांसलर का काम होता है। बल्कि यदि देखा जाए जजमेंट भी आए हुए हैं, वो जजमेंट के हिसाब से तो जजमेंट ऐसे हैं कि यूनिवर्सिटी के वर्किंग में स्टेट गवर्नमेंट इंटरफेरेंस नहीं कर सकती। मतलब ये काम यूनिवर्सिटी का, चांसलर यूनिवर्सिटी, ऐसा है। मैं तो पंजाब में आया हूं ना, मैं तो सब गुरुद्वारे में गया हूं, माथा टेकने गया हूं, गुरु नानक देव जी का नाम करता हूं। मैं तो आई एम, मेरी हर चीज में मैं तो कह रहा हूं एक नए मेरे को एक्सपीरियंस मिल रहा है। सिखों जैसे बहादुर कोई नहीं है, इतना बड़ा त्याग, इतना सफर किया है पंजाब ने, इसमें कहां सवाल है? ज्यादातर 5 का ये बोलना कि हमने इसको सेलेक्ट किया, यहां व्यक्ति का कहां सवाल आया? व्यक्ति का प्रश्न कहां आया? एक सिख जाट को हमने बनाया है, ये दैट इज नॉट द इश्यू ना। इश्यू तो ऐसा है कि आप लीगली कुछ भी नहीं कर रहे हैं। ਤਾਂ ਵਾਰ ਪਲਟਵਾਰ ਦਾ ਦੌਰ ਇਸ ਸਮੇਂ ਜਾਰੀ ਹੈ ਤੇ ਸਭ ਦੇ ਵਿਚਾਲੇ ਆਮ ਆਦਮੀ ਪਾਰਟੀ ਦੇ ਚੀਫ ਸਪੋਕਸਪਰਸਨ ਰਾਜਪਾਲ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਉਹਨਾਂ ਨੇ ਇੱਕ ਬਿਆਨ ਜਾਰੀ ਕੀਤਾ, ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਕੀ ਕੁਝ ਕਹਿ ਰਹੇ ਨੇ ਮਲਵਿੰਦਰ ਸਿੰਘ ਕੰਗ। ਮਾਨਯੋਗ ਗਵਰਨਰ ਸਾਹਿਬ ਨੇ ਅੱਜ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਨਿਯੁਕਤੀ ਨੂੰ ਲੈ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ, ਜਿਹਦੇ ਵਿੱਚ ਉਹਨਾਂ ਨੇ ਆਨਰੇਬਲ ਸੁਪਰੀਮ ਕੋਰਟ ਦੀਆਂ ਕੁਝ ਜਜਮੈਂਟਾਂ ਦੇ ਹਵਾਲੇ ਦਿੱਤੇ ਆ। ਸੋ ਮੈਂ ਮਾਨਯੋਗ ਗਵਰਨਰ ਸਾਹਿਬ ਨੂੰ ਦੱਸਣਾ ਚਾਹੁੰਦਾ ਹਾਂ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿਹੜੀ ਆ ਉਹ ਹਰਿਆਣਾ ਐਂਡ ਪੰਜਾਬ ਐਗਰੀਕਲਚਰ ਐਕਟ 1970 ਜਿਹੜਾ ਕਿ ਦੇਸ਼ ਦੀ ਪਾਰਲੀਮੈਂਟ ਚੋਂ ਪਾਸ ਹੋਇਆ ਐਕਟ ਹੈ, ਉਹਦੇ ਆਧਾਰ ਤੇ बोर्ड ऑफ मैनेजमेंट करना, ਜਿਹੜੀ ਕਿ खुद मुख्तियार बॉडी है, ऑटोनोमस बॉडी है। पिछला पूरा इतिहास तुसीं चक के देख लो कि पंजाब एग्रीकल्चर यूनिवर्सिटी की जदों भी वाइस चांसलर की अपॉइंटमेंट हुई है बोर्ड ऑफ मैनेजमेंट ने की। हाँ, जिथे बोर्ड ऑफ मैनेजमेंट च कोई कॉन्फ्लिक्ट हो, सहमति ना बने तो डेफिनेटली चांसलर उत्ते इंटरफेयर कर सकता है। सो साडी तुहानूं बेनती आ कि पंजाब एग्रीकल्चर यूनिवर्सिटी की खुद मुख्तियारी, उहदी ऑटोनमी नूं बरकरार रखण वास्ते काइंडली तुसी अपने इस ऑफिस का मिसयूज ना करो। पिछले दिनों च भी तुसी जिस तरीके नाल पहला पंजाब सरकार ने सैशन सद्या, तुसी उन्होंने परमिशन दे दी, बाद च तुसी लीगल एडवाइस का हवाला दे के उन्होंने रद्द करता। हुण सानूं ये समझ नहीं आ रहा कि तुसी लीगल एडवाइस लेने हो कि पोलिटिकल एडवाइस लेने हो। सो पंजाब एग्रीकल्चर यूनिवर्सिटी पार्लीमेंट के एक्ट के राही उन्होंने बोर्ड ऑफ मैनेजमेंट को इंपावर कर दी है वाइस चांसलर की सिलेक्शन में, और ये जी सिलेक्शन गोसल साहब की हुई है ये बड़ी सहमति नाल हुई है। मैं तो पंजाब में आया हूं ना, मैं तो सब गुरुद्वारे में गया हूं, माथा टेकने गया हूं, गुरु नानक। ਤਾਂ ਐਕਟ ਦਾ ਲਗਾਤਾਰ ਸਰਕਾਰ ਜ਼ਿਕਰ ਕਰ ਰਹੀ ਹੈ ਕਿ ਐਕਟ ਦੇ ਮੁਤਾਬਿਕ ਹੀ ਇਹ ਨਿਯੁਕਤੀ ਹੋਈ ਹੈ ਤੇ ਇਸ ਸਭ ਦੇ ਵਿਚਾਲੇ ਗਵਰਨਰ ਵੀ ਇਸ ਐਕਟ ਦੇ ਮੁਤਲਕ ਬੋਲੇ ਨੇ। ਕੀ ਕੁਝ ਕਿਹਾ ਉਹਨਾਂ ਨੇ ਐਕਟ ਦੇ ਉੱਤੇ, ਉਹ ਵੀ ਤੁਹਾਨੂੰ ਸੁਣਾਉਂਦੇ ਹਾਂ। सिटी एक्ट की बात कर रहे हैं, चलिए हम एक बार उसी की बात कर रहे हैं। एग्रीकल्चर यूनिवर्सिटी एक्ट में भी सेक्शन 13 का सब सेक्शन 11 उसमें चांसलर है, उसके नीचे वाइस चांसलर रहता है। वाइस चांसलर का अपॉइंट करना है, वाइस चांसलर है नहीं। चांसलर को मैसेज जाना चाहिए ना
कि भाई प्रोसेस शुरू करिए, अपॉइंटमेंट करना है या बोर्ड मान लो फॉर द टाइम बिंग कि बोर्ड करता है, ये बोल रहे हैं कि बोर्ड करेगा, बोर्ड को अधिकार है, तो बोर्ड को अधिकार है तो वहां पर इसका चेयरमैन तो चांसलर है ना बोर्ड का। ਤਾਂ ਜੋ ਚਿੱਠੀ ਪੰਜਾਬੀ ਦੇ ਵਿੱਚ ਲਿਖੀ ਗਈ ਸੀ ਸਰਕਾਰ ਦੇ ਵੱਲੋਂ, ਉਸ ਦੇ ਵਿੱਚ ਇੱਕ ਲਾਈਨ ਇਹ ਵੀ ਸੀ ਕਿ ਤੁਸੀਂ ਕਿਸ ਦੇ ਕਹਿਣ ਦੇ ਉੱਤੇ ਇਸ ਤਰੀਕੇ ਦੇ ਡਿਸੀਜਨ ਲੈ ਰਹੇ ਹੋ, ਤੁਹਾਨੂੰ ਕੌਣ ਕਹਿ ਰਿਹਾ ਇਸ ਤਰੀਕੇ ਦੇ ਡਿਸੀਜਨ ਲੈਣ ਦੇ ਲਈ, ਤੇ ਤੁਸੀਂ ਪੰਜਾਬ ਸਰਕਾਰ ਦੇ ਜੋ ਚੁਣੀ ਹੋਈ ਲੋਕਾਂ ਦੀ ਸਰਕਾਰ ਹੈ ਉਸ ਦੇ ਕੰਮ ਦੇ ਵਿੱਚ ਦਖਲਅੰਦਾਜ਼ੀ ਕਰ ਰਹੇ ਹੋ। ਤਾਂ ਉਸ ਦਾ ਵੀ ਇੱਕ ਤਰੀਕੇ ਨਾਲ ਜਵਾਬ ਦਿੰਦੇ ਹੋਏ ਰਾਜਪਾਲ ਨਜ਼ਰ ਆਏ ਨੇ ਤੇ ਆਪਣਾ ਤਜਰਬਾ ਗਿਣਵਾਉਂਦੇ ਹੋਏ ਨਜ਼ਰ ਆਏ। ਤਾਮਿਲਨਾਡੂ ਦੇ ਵਿੱਚ ਇਸ ਤੋਂ ਪਹਿਲਾਂ ਰਾਜਪਾਲ ਦੀ ਭੂਮਿਕਾ ਨਿਭਾ ਰਹੇ ਸੀ। I was governor Tamil Nadu for 4 years. वहां पर 20 यूनिवर्सिटी हैं, 20 यूनिवर्सिटीज तमिलनाडु में। मैं 20 यूनिवर्सिटी का मैं चांसलर, एज ए चांसलर मैंने वहां पर जब आया हूं, मैंने नोटिंग है, मैं 27 वाइस चांसलर मैंने अपॉइंट किया, 27 वाइस चांसलर्स आई अपॉइंटेड एज ए चांसलर ऑफ द वेरियस यूनिवर्सिटीज इन तमिलनाडु, लीगली एज पर द लॉ। अब ये काम है चांसलर का, वो ड्यूटी यदि कर रहे हैं तो ये लूज टाक करना, ये एलिगेशन लगाना कि कोई ऊपर से कर रहा है, किसको फुर्सत है ऊपर से, कहां मेरे को फुर्सत है। रुक करते हैं इस समय साडे नाल आम आदमी पार्टी के चीफ स्पोक्सपर्सन पंजाब के मलविंदर सिंह कंग जी जुड़ चुके हैं। कंग साहब स्वागत है। मैं शुरुआत इत्थों ही करदा हां क्योंकि सरकार कह रही है कि कानून के मुताबिक नियुक्ति हुई है, राजपाल खुद आके कह रहे हैं कि कानून के मुताबिक नियुक्ति नहीं हुई है, तो जे वीसी नहीं हटाया तो मैं कानूनी सलाह लैण जा रहा। देखो पहली गल ते एक गल बिल्कुल समझनी चाहिए आ, पंजाब एग्रीकल्चर यूनिवर्सिटी का जिहड़ा ऑटोनमी है ना, ये बिल्कुल विलक्षण है, अलग है। ये बाकी यूनिवर्सिटियां नहीं वो हवाला दे रहे सी गवर्नर साहब भी मैं तमिलनाडु च कर गया जी, मैं फलाने स्टेट च करया, बिल्कुल कर गया। उन्होंने पिछले दिनों च गुरु नानक देव यूनिवर्सिटी वास्ते वो पैनल मंग सकते हैं, पंजाबी यूनिवर्सिटी मंग सकते, सानू असी कोई इतराज नहीं। पंजाब एग्रीकल्चर यूनिवर्सिटी गौरव जी ये हरियाणा एंड पंजाब एग्रीकल्चर एक्ट 1970 दे जिहड़ा कि पार्लीमेंट चो पास होया, जिहदे सैक्शन 50 ने कहता है भी बोर्ड ऑफ मैनेजमेंट पूरी तरह खुद मुख्तियार है, इंपावर है उन्होंने वाइस चांसलर की अपॉइंटमेंट की भी ते वाइस चांसलर के अबसेंट च चार्ज भी देना है, तो किनू देना है। गवर्नर साहब दोनों गल्लां ते गलत रहे। पहली गल ते उस जिहड़ी ऑटोनमी का यूज करते हुए अज तक बोर्ड ऑफ मैनेजमेंट ने जिन्ना इतिहास पिछला फरोल लो तुसीं, वाइस चांसलर की जिहड़ी अपॉइंटमेंट हुई है वो बोर्ड ऑफ मैनेजमेंट ने की। हाँ गवर्नर साहब नूं फॉर द इंफॉर्मेशन फाइल जाती है, वो एच भी गई, कोई दो राय नहीं है। फॉर द इंफॉर्मेशन ना गवर्नर साहब को अपॉइंटमेंट दी पावर है तो ना अप्रूवल दी पावर है। PAU के मामले मैं इत्थे स्पैशली नाम लै रहा पंजाब एग्रीकल्चर यूनिवर्सिटी का। एक गल, दूजी गल इन्होंने कहा भी उत्थे गवर्नर साहब मानयोग गवर्नर साहब ने जी चिट्ठी लिखी है वो कहता जी फलाने सैकरेटरी नूं चार्ज दे दो, इत्थे भी गवर्नर साहब गलत है। 1970 का एक्ट सैक्शन 15 ਉਹਦਾ सब सैक्शन ਜਿਹੜਾ 5 है वो कहता जिथे वाइस चांसलर अपॉइंट भी नहीं है उत्थे अगर चार्ज भी देना है ना उथों दे रजिस्ट्रार नूं देना है। तो गवर्नर साहब की मंशा ते मतलब सानू सवाल उठाउण नूं मजबूर होना पिया। ਉਹਦਾ कारण है गौरव जी एक गल होर मैं कहां, पिछले दिनों जो कैबिनेट ने सैशन सद्या सी गवर्नर साहब ने उन्होंने मंजूरी दे दी, थोड़े दिनों बाद वो मंजूरी रद्द कर दी। कंग साहब लोग बहुत तरीके नाल समझना चाहते हैं, मैं इस करके कोशिश करना है कि तुहाडे तो पॉइंट दर पॉइंट समझ सकां। एक लाइन पूरी कर लैण दो मैनूं जी। फिर पहला सैशन की मंजूरी दे दी गवर्नर साहब ने, फिर सैशन की मंजूरी रद्द करती, आखे जी लीगल एडवाइस ली। फिर गवर्नर साहब नूं पुछो पहला लीगल एडवाइस क्यों नहीं लई तुसीं जदों गवर्नर साहब लीगल एडवाइस लेंदे आ कि पोलिटिकल एडवाइस लेंदे आ, सानूं इस शंके आ। सो उन्हां नूं इस जिहड़ा उन्हां दा गवर्नर ऑफिस है ਉਹਦੇ ਚੈੱਕ ਕਰੋ ਮੇਨਟੇਨ ਰੱਖਣਾ ਚਾਹੀਦਾ। ਚਲੋ ਸਵਾਲ ਇਹ ਹੈ ਕਿ ਗਵਰਨਰ ਸਾਹਿਬ ਇਹ ਕਹਿ ਰਹੇ ਨੇ ਕਿ ਜਦੋਂ ਤੁਸੀਂ 3 ਵਾਰੀ ਐਕਸਟੈਂਸ਼ਨ ਦੇ ਲਈ ਫਾਈਲ ਭੇਜੀ ਹੈ,
ਸਰਕਾਰ ਕੋਈ ਵੀ ਰਹੀ ਹੋਵੇ 1 ਸਾਲ ਦੇ ਵਿੱਚ 3 ਵਾਰੀ ਜਦੋਂ ਐਕਸਟੈਂਸ਼ਨ ਵੀਸੀ ਨੂੰ ਦਿੱਤਾ ਗਿਆ ਉਦੋਂ ਰਾਜ ਭਵਨ ਭੇਜ ਦਿੱਤੀ ਫਾਈਲ, ਜਦੋਂ ਰੈਗੂਲਰ ਤੁਸੀਂ ਲਗਾਉਣਾ ਸੀ ਉਦੋਂ ਤੁਸੀਂ ਫਾਈਲ ਨਹੀਂ ਭੇਜੀ। ਜਦੋਂ ਗੌਰਵ ਜੀ ਜਦੋਂ ਮੋਡ ਆਫ ਮੈਨੇਜਮੈਂਟ 'ਚ ਸਹਿਮਤੀ ਨਾ ਬਣੇ ਉਸ ਹਾਲਾਤਾਂ 'ਚ ਗਵਰਨਰ ਸਾਹਿਬ ਕੋ ਫਾਈਲ ਜਾਂਦੀ ਆ। ਲੇਕਿਨ ਗੋਸਲ ਸਾਹਿਬ ਵਾਲੇ ਵਿਸ਼ੇ ਤੇ ਸਹਿਮਤੀ ਬੋਰਡ ਆਫ ਮੈਨੇਜਮੈਂਟ ਦੀ ਬਣੀ ਹੈ ਜੀ, ਸਹਿਮਤੀ ਨਾਲ ਉਹਨਾਂ ਦੀ ਅਪਾਇੰਟਮੈਂਟ ਹੋਣੀ ਹੈ। ਜਿੰਨੇ ਵੀ ਪਰਮਾਨੈਂਟ ਵਾਈਸ ਚਾਂਸਲਰ ਹਜੇ ਤੱਕ ਲੱਗੇ ਆ ਯੂਨੀਵਰਸਿਟੀ ਦਾ ਇਤਿਹਾਸ, ਉਹਦੇ 'ਚ ਹਮੇਸ਼ਾ ਬੋਰਡ ਆਫ ਮੈਨੇਜਮੈਂਟ ਲੱਗਿਆ। ਇਹ ਪਰੰਪਰਾ ਵੀ ਰਹੀ ਆ। ਔਰ ਬੋਰਡ ਸਭ ਤੋਂ ਜ਼ਰੂਰੀ ਗੱਲ ਗੌਰਵ ਜੀ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਜਿਹੜੀ ਅਟੋਨਮੀ ਆ, ਜਿਹੜੀ ਖੁਦਮੁਖਤਿਆਰੀ, ਉਹ 'ਚ ਨਾ ਸਰਕਾਰ ਦੀ ਦਖਲਅੰਦਾਜ਼ੀ ਆ ਨਾ ਗਵਰਨਰ ਹਾਊਸ ਦੀ ਦਖਲਅੰਦਾਜ਼ੀ ਆ। ਸਾਨੂੰ ਉਹਦੀ ਰਿਸਪੈਕਟ ਕਰਨੀ ਚਾਹੀਦੀ। ਚਲੋ ਮੈਂ ਤੁਹਾਡੇ ਨਾਲ ਹੋਰ ਗੱਲਬਾਤ ਜਾਰੀ ਰੱਖੂੰਗਾ। ਅਨਿਲ ਸਰੀਨ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ ਬੀਜੇਪੀ ਤੋਂ। ਸਰੀਨ ਸਾਹਿਬ, ਦੇਖੋ ਸਰਕਾਰ ਕਹਿ ਰਹੀ ਹੈ ਕਿ ਬਿਲਕੁਲ ਕਾਨੂੰਨ ਦੇ ਤਹਿਤ ਹੋਈ ਹੈ ਔਰ ਡੈਕੋਰਮ ਮੇਨਟੇਨ ਨਹੀਂ ਕਰ ਰਹੇ ਨੇ ਰਾਜਪਾਲ ਰਾਜ ਭਵਨ ਦਾ। ਗੌਰਵ ਜੀ ਕੰਗ ਸਾਹਿਬ ਬੋਲ ਰਹੇ ਸਨ ਜੀ? ਬਿਲਕੁਲ, ਕੰਗ ਸਾਹਿਬ ਸਾਡੇ ਨਾਲ ਨੇ। ਹਾਂ, ਕੰਗ ਸਾਹਿਬ ਮੇਰੇ ਛੋਟੇ ਵੀਰ ਨੇ ਔਰ ਅੱਗੋਂ ਵਕੀਲ ਵੀ ਹੈਗੇ ਨੇ ਔਰ ਉਹਦੇ ਬਾਵਜੂਦ ਇਸ ਤਰ੍ਹਾਂ ਦੀ ਗੱਲ ਕਰਦੇ ਨੇ ਤੇ ਮੈਨੂੰ ਇਸ ਗੱਲ ਦਾ ਦੁੱਖ ਹੈਗਾ। ਇਹ ਲਾਅ ਨੂੰ ਚੰਗੀ ਤਰ੍ਹਾਂ ਜਾਣਦੇ ਨੇ, ਪੜ੍ਹ ਸਕਦੇ ਨੇ, ਇਹਨਾਂ ਦੀ ਮਜਬੂਰੀ ਹੈ ਕਿ ਇਸ ਵੇਲੇ ਇਹਨਾਂ ਨੇ ਬੋਲਣਾ ਹੈ। ਜਿਹੜੀ ਰੂਲਸ ਐਂਡ ਰੈਗੂਲੇਸ਼ਨਸ ਹੈਗੇ ਨੇ ਜੀ, ਠੀਕ ਹੈ ਨਾ, ਇਹ ਇਹਨਾਂ ਦੀ ਸਰਕਾਰ ਇਹੀ ਕਹਿੰਦੀ ਆ ਰਹੀ ਜੀ ਕਿ ਜਿਹੜਾ ਬੋਰਡ ਹੈਗਾ ਉਹਨੇ ਨਿਯੁਕਤੀ ਕਰਨੀ ਹੈ। ਬੋਰਡ ਦਾ ਚੇਅਰਮੈਨ ਕੌਣ ਹੈ? ਚਾਂਸਲਰ ਆਫ ਦੀ ਯੂਨੀਵਰਸਿਟੀ। ਜੇ ਚੇਅਰਮੈਨ ਨੂੰ ਨਹੀਂ ਪਤਾ ਕਿ ਬੋਰਡ ਕੀ ਰਿਕਮੈਂਡ ਕਰ ਰਿਹਾ ਹੈ ਤੇ ਮੈਨੂੰ ਦੱਸ ਦਿਓ ਕਿ ਫਿਰ ਉਹ ਬੋਰਡ ਦੀ ਵਰਕਿੰਗ ਕੀ ਰਹਿ ਗਈ। ਮੈਨੂੰ ਇੱਕ ਚੀਜ਼ ਦੱਸੋ ਨਾ, ਮਤਲਬ ਤੁਸੀਂ ਇਹ ਕਹਿ ਰਹੇ ਹੋ, ਮੈਂ ਉਹੀ ਕਹਿ ਰਿਹਾ ਕਿ ਪੁਆਇੰਟ ਦਾ ਪੁਆਇੰਟ ਸਮਝਣ ਦੀ ਕੋਸ਼ਿਸ਼ ਕਰੀਏ, ਲੋਕਾਂ ਨੂੰ ਪਤਾ ਲੱਗੇ। ਤੁਸੀਂ ਕਹਿ ਰਹੇ ਹੋ ਕਿ ਜਿਸ ਬੋਰਡ ਦਾ ਸਰਕਾਰ ਜ਼ਿਕਰ ਕਰ ਰਹੀ ਹੈ ਉਸ ਬੋਰਡ ਦਾ ਚੇਅਰਮੈਨ ਹੈ ਰਾਜਪਾਲ ਨੇ, ਇਸ ਕਰਕੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ। ਆਬਵੀਅਸ ਹੈ ਕਿ ਜੇਕਰ ਬੋਰਡ ਨੇ ਕਿਸੇ ਨੂੰ ਅਪਾਇੰਟ ਕੀਤਾ ਹੈ ਤਾਂ ਫਿਰ ਜਿਹੜੇ ਬੋਰਡ ਦੇ ਹੈੱਡ ਨੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ। ਨਹੀਂ, ਬਿਨਾ ਚੇਅਰਮੈਨ ਦੇ ਮੀਟਿੰਗ ਕਿਵੇਂ ਹੋ ਸਕਦੀ ਬੋਰਡ ਦੀ? ਬਿਲਕੁਲ, ਮੈਨੂੰ ਇੱਕ ਚੀਜ਼ ਦੱਸੋ ਨਾ। ਠੀਕ ਹੈ, ਪੁਆਇੰਟ ਰੱਖੋ ਸਰੀਨ ਸਾਹਿਬ, ਮੇਰੇ ਨਾਲ ਰਹੋ। ਮੈਂ ਇੱਕ ਪੁਆਇੰਟ ਤੇ ਰਹੋ, ਮੈਂ ਅਗਲਾ ਪੁਆਇੰਟ ਤੁਸੀਂ ਕਿਵੇਂ ਹੋ ਗਈ ਜੀ? ਠੀਕ ਹੈ, ਕੰਗ ਸਾਹਿਬ ਆਵਾਜ਼ ਆ ਰਹੀ ਹੈ? ਹਾਂਜੀ, ਆ ਰਹੀ। ਠੀਕ ਹੈ, ਹੋਪਫੁਲੀ ਤੁਸੀਂ ਜਵਾਬ ਦਿਓਗੇ। ਇਹਨਾਂ ਨੂੰ ਨਾ ਐਕਚੁਅਲ ਚ ਬੀਜੇਪੀ ਦੀ ਦਿੱਕਤ ਇਹ ਹੋ ਗਈ ਆ, ਚਲੋ ਸਤਿਕਾਰਿਤ ਹੈ ਮੇਰੇ ਸਰੀਨ ਸਾਹਿਬ, ਇਹ ਹਰ ਚੀਜ਼ ਦੀ ਆਟੋਨਮੀ ਨੂੰ ਖਤਮ ਕਰਨਾ ਚਾਹੁੰਦੇ ਆ। ਗੱਲ ਇਹ ਆ ਵੀ ਉਹ ਆਨਰਰੀ ਚੇਅਰਮੈਨ ਹੈ ਪੰਜਾਬ ਯੂਨੀਵਰਸਿਟੀ ਦੇ ਇਤਿਹਾਸ ਚ, ਐਗਰੀਕਲਚਰ ਯੂਨੀਵਰਸਿਟੀ ਦੇ ਇਤਿਹਾਸ ਚ ਦੱਸੋ ਕਿਹੜੇ ਵਾਈਸ ਚਾਂਸਲਰ ਦੀ ਅਪਾਇੰਟਮੈਂਟ ਗਵਰਨਰ ਨੇ ਕੀਤੀ ਹੈ? ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਮੈਂ ਦੂਜੀਆਂ ਯੂਨੀਵਰਸਿਟੀ ਦੀ ਗੱਲ ਨਹੀਂ ਕਰ ਰਿਹਾ, ਇੱਕ ਵੀ ਅਪਾਇੰਟਮੈਂਟ ਹੋਈ ਹੋਵੇ। ਇੱਕ ਗੱਲ। ਦੂਜੀ ਗੱਲ, ਵਾਈਸ ਚਾਂਸਲਰ ਗਵਰਨਰ ਸਾਹਿਬ ਕੀ ਕਹਿ ਰਹੇ? ਫਲਾਨੀ ਸੁਪਰੀਮ ਕੋਰਟ ਦੀ ਜਜਮੈਂਟ ਹੈ, ਟਿਕਾਨੀ ਸੁਪਰੀਮ ਕੋਰਟ ਦੀ। ਇਹ ਮਹਾਰਾਜ ਐਕਟ ਪਾਰਲੀਮੈਂਟ ਦਾ ਪਾਸ ਹੋਇਆ ਹੈ, ਹਰਿਆਣਾ ਐਂਡ ਪੰਜਾਬ ਐਗਰੀਕਲਚਰ ਐਕਟ 1970 ਸੈਕਸ਼ਨ 15, ਜਿਹੜੀ ਉਹਨੂੰ ਬੋਰਡ ਆਫ ਮੈਨੇਜਮੈਂਟ ਨੂੰ ਇੰਪਾਵਰ ਕਰਦਾ। ਸੈਕਸ਼ਨ 15 ਦਾ ਸਬ ਸੈਕਸ਼ਨ 5, ਉਹਦੀ ਜਿਹੜੇ ਚਾਰਜ ਵੀ ਕਿਸੇ ਨੂੰ ਦੇਣਾ ਹੈ ਤਾਂ ਕਿਹਨੂੰ ਦੇਣਾ ਹੈ? ਤੇ ਚਾਂਸਲਰ ਜਿਹੜੇ ਮਾਨਯੋਗ ਗਵਰਨਰ ਸਾਹਿਬ ਹੈ, ਆਨਰਰੀ ਚਾਂਸਲਰ ਹੈ। ਆਨਰਰੀ ਸ਼ਬਦ ਤਾਂ ਹੀ ਲਾਇਆ ਗਿਆ, ਉਹਨਾਂ ਦੀ ਇਨਫੋਰਮੇਸ਼ਨ ਵਾਸਤੇ ਜਾਂਦਾ। ਉਹ ਇੱਥੇ ਵੀ ਗਿਆ। ਕਿਹੜੀ ਅਪਾਇੰਟਮੈਂਟ ਹੋਈ ਅੱਜ ਤੱਕ ਪੀਏਯੂ ਚ ਜਿਹੜੀ ਗਵਰਨਰ ਨੇ ਕੀਤੀ ਹੋਵੇ? ਸਰੀਨ ਸਾਹਿਬ ਦੱਸੋ ਸਰੀਨ ਸਾਹਿਬ ਕਿਹੜੀ ਅਪਾਇੰਟਮੈਂਟ ਹੋਈ? ਗੌਰਵ ਜੀ, ਇਹ ਸਿਰਫ ਕਨਫਲਿਕਟ ਪੈਦਾ ਕਰਨਾ ਹੈ, ਕਿਉਂਕਿ ਇਹਨਾਂ ਨੇ ਪਹਿਲਾਂ ਵੀ ਕੀਤਾ। ਪਹਿਲਾਂ ਮੈਂ ਤੁਹਾਨੂੰ ਦੱਸਿਆ, ਪਹਿਲਾਂ ਸੈਸ਼ਨ ਬੁਲਾਉਣ ਦੀ ਪਰਮਿਸ਼ਨ ਦੇ ਦਿੱਤੀ। ਠੀਕ ਹੈ, ਮੈਂ ਫਿਰ ਪਿੱਛੋਂ ਪਤਾ ਨਹੀਂ ਕਿਹਦਾ ਫੋਨ ਆ ਗਿਆ, ਸੈਸ਼ਨ ਵਾਲੇ ਤਾਂ ਬੜੀ ਡਿਟੇਲਡ ਗੱਲਬਾਤ ਆਲਰੇਡੀ ਕਰ ਚੁੱਕੀ ਹੈ। ਗੌਰਵ ਜੀ ਪਲੀਜ਼ ਕਹਿ ਰਹੇ ਹਾਂ ਕਿ ਲੋਕਾਂ ਨੂੰ ਸਮਝ ਆਵੇ। ਠੀਕ ਹੈ ਗੌਰਵ ਜੀ, ਸਾਹਿਬ ਰਿਐਕਟ ਕਰੋ। ਗੌਰਵ ਜੀ, ਮੈਨੂੰ ਬੜਾ ਦੁੱਖ ਹੋ ਰਿਹਾ ਹੈ ਕਿ ਪੰਜਾਬੀ ਸਾਹਿਬ ਨੂੰ ਆਨਰਰੀ ਸ਼ਬਦ ਦਾ ਮਤਲਬ ਨਹੀਂ ਪਤਾ। ਪੰਜਾਬ ਵਾਲੇ ਨਹੀਂ ਮੰਨਣਗੇ, ਸਾਡੀ ਪੰਜਾਬ ਐਗਰੀਕਲਚਰ। ਕੰਗ ਸਾਹਿਬ ਹੁਣ ਸੁਣ ਲਓ, ਮੇਰੀ ਬੇਨਤੀ ਹੈ ਸੁਣ ਲਓ। ਕੰਗ ਸਾਹਿਬ, ਮੈਨੂੰ ਬੜਾ ਦੁੱਖ ਹੋਇਆ ਕਿ ਤੁਸੀਂ ਆਨਰਰੀ ਸ਼ਬਦ ਦਾ ਜਿਹੜਾ ਇਸਤੇਮਾਲ ਕਰ ਰਹੇ ਹੋ। ਇੱਕ ਵਕੀਲ ਹੋਣ ਦੇ ਨਾਤੇ, ਇੱਕ ਬਹੁਤ ਹੀ ਸਿਆਣੇ ਔਰ ਪੜ੍ਹੇ ਲਿਖੇ ਹੋਣ ਦੇ ਨਾਤੇ, ਆਨਰਰੀ ਚੇਅਰਮੈਨ ਦਾ ਮਤਲਬ ਕੀ ਹੁੰਦਾ ਤੁਸੀਂ ਕੀ ਸਮਝਦੇ ਹੋ? ਆਨਰਰੀ ਮੀਨਸ he will not get any pay or perks ਜੀ। ਬਾਕੀ he is a chairman, that does not mean ਕਿ ਆਨਰਰੀ ਹੈਗਾ ਤੇ ਕੋਈ ਰਬਰ ਸਟੈਂਪ ਹੈਗਾ ਜਾਂ ਇੱਕ ਬੁੱਤ ਹੈਗਾ ਕੋਈ। ਆਨਰਰੀ means he will not get any perks for the services to be given for a particular job। ਮਤਲਬ ਤੁਸੀਂ ਕਹਿ ਰਹੇ ਹੋ ਆਨਰਰੀ ਚੇਅਰਮੈਨ ਦਾ ਮਤਲਬ ਹੈ ਕਿ ਉਹ ਤਨਖਾਹ ਨਹੀਂ ਲੈਂਦੇ? ਤਨਖਾਹ ਨਹੀਂ ਉਹਨੂੰ ਉਸ ਅਹੁਦੇ ਦੀ ਮਿਲਣੀ, ਕੋਈ ਤਨਖਾਹ ਨਹੀਂ ਮਿਲਣੀ ਆ, ਬਟ he is the chairman of the board, he is the chairman of the board। ਐਕਟ ਸੇ ਪੜ੍ਹ ਲੈਣ। ਮੇਰੇ ਕੰਗ ਸਾਹਿਬ ਇਹੋ ਜਿਹੀ ਗੱਲ ਕਰ ਰਹੇ, ਮੈਨੂੰ ਦੁੱਖ ਹੋ ਰਿਹਾ। ਇੱਕ ਵਕੀਲ ਹੈ, ਇੱਕ ਵਕੀਲ ਹੋ ਕੇ ਵੀ ਇਹੋ ਜਿਹੀ ਇੰਟਰਪ੍ਰੀਟੇਸ਼ਨ ਕਰਨਗੇ ਐਕਟ ਦੀ, ਤੇ ਸਰਕਾਰ ਕਿੱਥੇ ਜਾਏਗੀ? ਕੰਗ ਸਾਹਿਬ he is a very learned person, ਔਰ ਕੰਗ ਸਾਹਿਬ ਇਹੋ ਜਿਹੀ ਇੰਟਰਪ੍ਰੀਟੇਸ਼ਨ ਕਰਨ। ਠੀਕ ਹੈ, ਜਵਾਬ ਦੇਣ ਦਿਓ। ਮੇਰਾ ਛੋਟਾ ਵੀਰ ਹੈ, ਜਵਾਬ ਦੇਣ ਦਿਓ ਪਲੀਜ਼।
ਕੰਗ ਜੀ ਆਵਾਜ਼ ਆ ਰਹੀ ਹੈ ਮੇਰੀ? ਹਾਂਜੀ ਗੌਰਵ ਜੀ, ਆਵਾਜ਼ ਕੱਟ ਗਈ, ਮੇਰਾ ਪਿੱਛੇ ਰਹਿ ਗਈ ਕਿ ਮੇਰੀ ਗੱਲ ਸੁਣ ਗਈ ਤੁਹਾਨੂੰ ਪੂਰੀ? ਮੈਂ ਜੀ, ਤੁਹਾਡੀ ਆਵਾਜ਼ ਦੇਣਾ ਮੇਰੀ ਗੱਲ ਗੌਰਵ ਜੀ, ਮੈਂ ਦੁਬਾਰਾ ਬੋਲ ਦੇਣਾ। ਹਾਂ ਸਰੀਨ ਸਾਹਿਬ ਘੱਟ ਸ਼ਬਦਾਂ ਚ ਮੇਰੀ ਗੱਲ explain ਵੀ ਕਰ। ਪਿੱਛੇ ਰਹਿ ਗਈ ਜਾਪਦੀ, ਮੇਰੀ ਗੱਲ ਸੁਣ ਲਈ? ਤੁਹਾਡੀ ਗੱਲ ਆ ਗਈ ਤੁਹਾਡੀ ਸੁਣ ਲਈ ਸਰ, ਸੁਣ ਲਈ। ਹੁਣ ਸੁਣ ਲਓ ਕੰਗ ਸਾਹਿਬ, ਮੈਨੂੰ ਇਸ ਗੱਲ ਦਾ ਦੁੱਖ ਹੋਇਆ ਕਿ ਤੁਸੀਂ ਬਹੁਤ ਲਰਨਡ ਹੋ, ਵਕੀਲ ਹੋ, ਉਹਦੇ ਬਾਅਦ ਆਨਰੀ ਸ਼ਬਦ ਜਿਹੜਾ ਹੈਗਾ ਵੈ ਉਹਦੀ ਇੰਟਰਪ੍ਰੀਟੇਸ਼ਨ ਕੀ ਕਰਦੇ ਪਏ ਹੋ? Honorary means he will not get any perks for the services to be provided for a particular post. ਜਵਾਬ ਲੈ ਲਓ ਮੇਰੇ ਕੋ। He is honorary chairman. He is a chairman of the board. ਠੀਕ ਹੈ। ਜਿਹੜਾ board ਕਰਦਾ ਪਿਆ ਵੈ ਉਹਦੀ ਠੀਕ ਹੈ, ਉਹਨੇ ਕੰਮ ਦੀ ਕੋਈ ਤਨਖਾਹ ਨਹੀਂ ਲੈਣੀ, but he is a chairman of the board. ਠੀਕ ਹੈ, ਜਵਾਬ ਲੈਣ ਦਿਓ ਸਰੀਨ ਸਾਹਿਬ ਰੁਕੋ। ਸਰ ਮੇਰੀ ਬੇਨਤੀ ਇੱਕ ਤੇ ਇਹਨਾਂ ਨੂੰ, ਤੁਸੀਂ ਆਪਣੀ ਗੱਲ ਤੁਸੀਂ ਇਹ ਨਾ ਕਹੋ ਫਲਾਣੇ ਨੂੰ ਘੱਟ ਹੁੰਦੀ ਜ਼ਿਆਦਾ ਹੁੰਦੀ, ਮੈਂ ਇਸ ਗੱਲ 'ਚ ਜਾਂਦਾ ਨਹੀਂ, ਤੇ ਇਹ ਆਪਣਾ ਇੱਕ ਸਤਿਕਾਰ ਵੀ ਬਣਿਆ ਰਹੇ ਤੇ ਚੰਗੀ ਗੱਲ ਹੈ। ਇਹ ਮੈਰਿਟ ਕਿਹਦੀ ਤੁਹਾਡੀ ਜ਼ਿਆਦਾ ਹੋ ਸਕਦੀ, ਵੱਧ ਹੋ ਸਕਦੀ, ਘੱਟ ਹੋ ਸਕਦੀ, ਮੈਂ ਇਹਦੇ 'ਚ ਨਹੀਂ, ਮੇਰੀ ਆਪਣੀ ਦਲੀਲ ਹੈ। ਤੁਸੀਂ ਇਹ ਦੱਸੋ ਵੀ ਤੁਹਾਡੀ ਗੱਲ 'ਚ ਕਿੰਨਾ। ਦੇਖੋ ਆਨਰਰੀ ਇਹ ਗਵਰਨਰ ਸਾਹਿਬ ਦੀ ਗੱਲ ਰਿਪੀਟ ਕਰੀ ਜਾਂਦੇ ਆ, ਮੈਂ ਗੱਲ ਇਹ ਕਹੀ ਆ ਵੀ ਗਵਰਨਰ ਸਾਹਿਬ ਨੂੰ ਫੋਰ ਦਾ ਇਨਫੋਰਮੇਸ਼ਨ ਜਾਂਦੀ ਆ, ਉਹਦੇ 'ਚ ਵੀ ਕਹੀ ਆ, ਜਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਇਤਿਹਾਸ 'ਚ ਦੱਸ ਦੇਣ ਇੱਕ ਵੀ ਅਪਾਇੰਟਮੈਂਟ ਜਿਹੜੀ ਗਵਰਨਰ ਨੇ ਕੀਤੀ ਹੋਵੇ। ਇਹ ਖਾਮ ਖਾਂ ਦਾ ਡੰਗਾ ਡਾ ਰਹੀ ਹੈ ਭਾਜਪਾ। ਪਹਿਲਾਂ ਇਹਨਾਂ ਨੇ ਪੰਜਾਬ ਤੇ ਇਹ ਇਲੈਕਸ਼ਨ ਵੇਖ ਲਿਆ, ਤੇ ਡਿਫੀਟ ਕੀਤੀ। ਪਹਿਲਾਂ ਇਹਨਾਂ ਨੇ ਐਗਰੀਕਲਚਰ ਬਿੱਲ ਲਿਆਂਦੇ, ਉੱਥੇ ਇਹਨਾਂ ਦਾ ਬੁਰਾ ਹਾਲ ਹੋਇਆ। ਹੁਣ ਇਹ ਪੰਜਾਬ ਐਗਰੀਕਲਚਰ ਫਾਈਲ ਤੁਸੀਂ ਇਹ ਕਹਿ ਰਹੇ ਹੋ, ਇੱਕ ਸੈਕਿੰਡ ਸਰ, ਤੁਸੀਂ ਕਹਿ ਰਹੇ ਹੋ ਕਿ ਪੀਏਯੂ ਦੇ ਵਾਈਸ ਚਾਂਸਲਰ ਦੀ ਨਿਯੁਕਤੀ ਦੇ ਲਈ ਰਾਜਪਾਲ ਦੇ ਕੋਲ ਕੋਈ ਫਾਈਲ ਨਹੀਂ ਜਾਂਦੀ, ਤੁਸੀਂ ਇਹ ਕਹਿ ਰਹੇ ਹੋ? ਜੇ ਡਿਸਪਿਊਟ ਨਾ ਹੋਵੇ, ਜੇ ਡਿਸਪਿਊਟ ਹੋਵੇ ਫਿਰ ਜਾਂਦੀ ਹੈ। ਠੀਕ ਹੈ, ਹੁਣ ਮੇਰਾ ਸਵਾਲ ਸੁਣੋ ਫਿਰ ਨਹੀਂ ਜਾਂਦੀ। ਇੱਕ ਮਿੰਟ ਤਿੰਨ ਵੀਸੀ ਜਿਹੜੇ ਸੀਗੇ ਜਿਹਨਾਂ ਨੂੰ ਐਕਸਟੈਂਸ਼ਨ ਦਿੱਤੀ ਗਈ ਪਿਛਲੇ 1 ਸਾਲ ਦੇ ਵਿੱਚ, ਇਨਫੈਕਟ ਜੇ ਕਹੋ ਤਾਂ ਮੈਂ ਤੁਹਾਨੂੰ ਨਾਮ ਪੜ੍ਹ ਕੇ ਸੁਣਾ ਦਿੰਦਾ। ਉਹਨਾਂ ਦੇ ਵਿੱਚ ਇੱਕ ਨਾਮ ਹੈ ਅਨਿਰੁੱਧ ਤਿਵਾਰੀ ਦਾ IAS, ਇੱਕ ਨਾਮ ਹੈ DK ਤਿਵਾਰੀ ਦਾ, ਉਹ ਵੀ IAS, ਤੇ ਇੱਕ ਹੈ ਸਰਬਜੀਤ ਸਿੰਘ, ਉਹ ਵੀ IAS, ਜਿਨ੍ਹਾਂ ਨੂੰ ਪਿਛਲੇ 1 ਸਾਲ ਦੇ ਵਿੱਚ ਐਕਸਟੈਂਸ਼ਨ ਮਿਲਦੀ ਰਹੀ, ਉਹ ਰਾਜਪਾਲ ਦੇ ਕੋਲ ਫਾਈਲ ਗਈ। ਇਹ ਵੀ ਮੈਂ ਦੱਸਦਾ, ਇਹ ਸੁਣ ਲਓ ਹੁਣ ਮੇਰੇ ਕੋਲ ਸੁਣ ਲਓ। ਇਹ ਤਿੰਨੇ ਹੀ ਜਿਹੜੇ ਤੁਸੀਂ ਨਾਮ ਗਿਣਾਏ ਆ, ਤਿੰਨਾਂ ਕੋ ਚਾਰਜ ਰਿਹਾ ਆ ਜਦੋਂ ਬੋਰਡ ਆਫ ਮੈਨੇਜਮੈਂਟ ਸਹਿਮਤੀ ਨਹੀਂ ਬਣੀ। ਪਰਮਾਨੈਂਟ ਵਾਈਸ ਚਾਂਸਲਰ ਥੋੜੀ ਲੱਗਿਆ ਕੋਈ ਇਹਨਾਂ ਚੋਂ, ਬਿਲਕੁਲ। ਇੱਥੇ ਸਾਰੇ ਰਾਜਪਾਲ ਇਹੀ ਕਹਿ ਰਹੇ ਕਿ ਜਦੋਂ ਪਰਮਾਨੈਂਟ ਦੀ ਵਾਰੀ ਆਈ ਤੁਸੀਂ ਮੈਨੂੰ ਯਾਦ ਨਹੀਂ ਕੀਤਾ। ਸੁਣ ਲਓ ਠੀਕ ਹੈ ਸਰੀਨ ਸਾਹਿਬ, ਇੱਕ ਚਾਰਜ ਵੀ ਦੇਖੋ, ਜਿਹੜਾ ਉਹਦਾ ਐਕਟ ਹੈ ਨਾ ਉਹਨੂੰ ਪੜੋ। ਜੇ ਬੋਰਡ ਆਫ ਮੈਨੇਜਮੈਂਟ ਸਹਿਮਤੀ ਨਹੀਂ ਬਣਦੀ ਫਿਰ ਡੈਫੀਨੇਟਲੀ ਚਾਂਸਲਰ ਇੰਟਰਫੇਅਰ ਕਰ ਸਕਦੇ ਆ, ਲੇਕਿਨ ਇੱਥੇ ਸਹਿਮਤੀ ਗੋਸਲ ਸਾਹਿਬ ਦੀ ਸਹਿਮਤੀ ਨਾਲ ਹੋਈ ਆ। ਇਹ ਤੇ ਖਾਮ ਖਾਂ ਦਾ ਪੰਜਾਬ ਦੇ ਔਰ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕਰ ਰਹੀ ਹੈ ਭਾਜਪਾ, ਔਰ ਵਰਤ ਰਹੀ ਹੈ ਗਵਰਨਰ ਆਫਿਸ ਨੂੰ। ਇੱਕ ਐਡੇ ਰੀਨੋਨਡ ਸਾਇੰਟਿਸਟ ਦੀ ਅਪਾਇੰਟਮੈਂਟ ਬੋਰਡ ਆਫ ਮੈਨੇਜਮੈਂਟ ਨੇ ਕੀਤੀ, ਜਿਹੜਾ ਕਿ ਜਿਹਦੀ ਖੁਦ ਮੁਖਤਿਆਰੀ ਆ। ਖੁਦ ਮੁਖਤਿਆਰੀ ਤੋਂ ਇਹਨਾਂ ਨੂੰ ਬਹੁਤ ਪ੍ਰੋਬਲਮ ਹੈ, ਇਹ ਦਿੱਕਤ ਹੈ ਇਹਨਾਂ ਨੂੰ, ਕਨਸਟੀਟਿਊਸ਼ਨਲ ਪ੍ਰੋਬਲਮ ਹੈ। ਠੀਕ ਹੈ, ਜਵਾਬ ਲੈ ਗੌਰਵ ਜੀ। ਠੀਕ ਹੈ ਸਰੀਨ ਸਾਹਿਬ, ਪੰਜਾਬ ਦੇ ਇੰਸਟੀਟਿਊਸ਼ਨ ਸੁਧਾਰ ਕਰਨਾ ਚਾਹੁੰਦੇ ਆ। ਇਹ ਬਾਰ-ਬਾਰ ਆਖੇ ਜੀ ਮੈਂ ਉਹਨਾਂ ਦੀ ਇੱਜ਼ਤ ਬੜੀ ਕਰਦਾ, ਇਹ ਫਲਾਨਾ ਜੀ ਕਰਦਾ, ਇੱਜ਼ਤ ਕਰਨ ਵਾਲੀ ਗੱਲ ਆ। ਇਹ ਜਿਹੜੀ ਸਿਲੈਕਸ਼ਨ ਗੌਰਵ ਜੀ ਬੋਰਡ ਆਫ ਮੈਨੇਜਮੈਂਟ ਨੂੰ, ਠੀਕ ਹੈ ਕੰਗ ਸਾਹਿਬ ਜਵਾਬ ਲੈਣ ਦਿਓ। ਠੀਕ ਹੈ, ਇੱਕ ਸੈਕਿੰਡ ਕੰਗ ਸਾਹਿਬ ਜਵਾਬ ਲੈਣ ਦਿਓ। ਸਰੀਨ ਸਾਹਿਬ ਦੇਖੋ ਤੁਹਾਡੇ ਤੇ ਵਾਰ-ਵਾਰ ਇਲਜ਼ਾਮ ਲੱਗਦੇ ਨੇ, ਸਰੀਨ ਸਾਹਿਬ ਬੀਜੇਪੀ ਤੇ ਇਲਜ਼ਾਮ ਲਗਾਉਂਦੇ ਨੇ ਕਿ ਤੁਸੀਂ ਰਾਜਪਾਲ ਦੇ ਜ਼ਰੀਏ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਪੰਜਾਬ ਨੂੰ, ਇੱਥੇ ਦਖਲਅੰਦਾਜ਼ੀ ਕਰ ਰਹੇ ਹੋ ਲੋਕਾਂ ਦੀ ਚੁਣੀ ਹੋਈ ਸਰਕਾਰ ਦੇ ਕੰਮ ਦੇ ਵਿੱਚ। ਗੌਰਵ ਜੀ, ਇਹਨਾਂ ਦਾ ਤੇ ਕੰਮ ਹੈ ਕਿ ਜੋ ਮੈਂ ਕਹੂੰ ਉਹ ਸਹੀ, ਨਾ ਸੰਵਿਧਾਨ ਨੂੰ ਮੰਨੇ ਨਾ ਕਿਸੇ ਕਾਨੂੰਨ ਨੂੰ ਮੰਨੇ। ਮੈਂ ਇੱਕ ਚੀਜ਼ ਕੰਗ ਸਾਹਿਬ ਨੂੰ ਪੁੱਛਦਾ, ਪਰ ਤੁਸੀਂ ਦੱਸੋ ਨਾ ਕਿਹੜੇ ਵੀਸੀ ਦੀ ਨਿਯੁਕਤੀ ਰਾਜਪਾਲ ਨੇ ਕੀਤੀ ਹੈ? ਗੌਰਵ ਜੀ ਸੁਣ ਤੇ ਲਓ, ਇੱਕ ਵੀਸੀ ਦਾ ਸੁਣ ਲਓ ਨਾ। ਠੀਕ ਹੈ, ਕਰੋ ਕੰਪਲੀਟ ਕਰੋ ਸਰ, ਤੁਸੀਂ ਕੰਪਲੀਟ ਕਰੋ। ਮੈਨੂੰ ਇਹ ਦੱਸ ਦੇਣ, ਕਿਆ ਇਹਨੂੰ ਜਿਹੜੀ ਅਪਾਇੰਟਮੈਂਟ ਪੀਏਯੂ ਦੇ ਰੂਲਸ ਐਂਡ ਰੈਗੂਲੇਸ਼ਨ ਚ ਹੈਗੀ ਹੈ ਜੀ, ਇਹਦੀ ਰਿਕਮੈਂਡੇਸ਼ਨ ਬੋਰਡ ਨੇ ਕਰਨੀ, ਕਿੰਨੇ ਕਰਨੀ ਹੈ? ਸਿਰਫ ਹਾਂ ਜਾਂ ਨਾ ਜਵਾਬ ਲੈ ਲਓ ਇਹਨਾਂ ਕੋਲੋਂ। ਦੱਸੋ ਕੰਗ ਸਾਹਿਬ ਕਿਹਨੇ ਕਰਨੀ ਹੈ ਅਪਾਇੰਟਮੈਂਟ ਕਿਸਨੇ ਕਰਨੀ ਹੈ? बोर्ड ने करनी, सिलेक्शन करनी है, अपॉइंटमेंट करनी है, ये बोर्ड ने करनी है ना, पीएयू ने बोर्ड ने। सुन लो, एक सही है या गलत है? कान खोल के सुन लो। एक मिनट, मैं सिर्फ हाँ या ना दस, मैं अपनी गल पूरी करनी है सिर्फ उसको। मैं पूरी तानु डेफिनेशन दसदा। नहीं मेरी गल सुनो, हरियाणा सुन लिया करो यार, गल मैं गल विच बोल रहा हूं। गौरव लेट मी कंप्लीट, गौरव लेट मी कंप्लीट। ठीक है, एक बार सही साहब को कंप्लीट कर लें दो, लोगों को समझ आएगा। गल ना बहुत इंपॉर्टेंट है, लोगों तक पहुंचनी जरूरी है। गौरव जी मेनू गल कंप्लीट करन दियो, दो 30 सेकंड दो। गौरव जी मेनू पहले गल कंप्लीट कर लेन दियो। एक बार कंग साहब ਤੁਸੀਂ ਗੱਲ ਰੱਖੀ ਸੀ, ਉਹਨਾਂ ਨੂੰ ਕੰਪਲੀਟ ਕਰ ਲੈਣ ਦਿਓ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਤੁਸੀਂ ਬੇਫਿਕਰ ਰਹੋ, ਪੂਰਾ ਟਾਈਮ ਹੈ ਆਪਣੇ ਕੋਲ। ਸਰੀਨ ਜੀ ਥੋੜਾ ਜਿਹਾ ਕਲੀਅਰ ਕਰ ਦਿਓ। ਦੇਖੋ ਲੋਕ ਜਾਣਨਾ ਚਾਹੁੰਦੇ ਨੇ ਕਿ ਜਦੋਂ ਤੁਸੀਂ ਇੰਨਾ ਇੱਕ ਸੈਕਿੰਡ ਸਰ, ਮੇਰੀ ਵੀ ਗੱਲ ਸੁਣ ਲਓ, ਕਿ ਜਦੋਂ ਇੰਨਾ ਬਵਾਲ ਹੋ ਰਿਹਾ ਹੈ ਤਾਂ ਫਿਰ ਇੱਕ ਲਿਸਟ ਜਾਰੀ ਕਰ ਦੇਵੇ ਬੀਜੇਪੀ ਵੀ, ਰਾਜਪਾਲ ਦਾ ਆਫਿਸ ਜਾਰੀ ਕਰ ਦੇਵੇ ਕਿ ਆ ਦੇਖੋ ਪਿਛਲੀਆਂ 5 ਜਿਹੜੇ ਵੀਸੀ ਦੀ ਅਪਾਇੰਟਮੈਂਟ ਹੈ ਰਾਜਪਾਲ ਦੇ ਦਸਤਖਤ ਦੇ ਨਾਲ ਹੋਈ ਹੈ, ਤਾਂ ਫਿਰ ਸਭ ਕੁਝ ਕਲੀਅਰ ਹੋ ਜਾਏਗਾ। ਗੌਰਵ ਜੀ ਇੱਕ ਚੀਜ਼ ਆਪਾਂ ਕਲੀਅਰ ਕਰ ਲਈਏ, ਰਾਜਪਾਲ ਦਾ ਆਫਿਸ ਐਂਡ ਚਾਂਸਲਰ ਆਫ ਦ ਯੂਨੀਵਰਸਿਟੀ ਦੋ ਆਫਿਸ ਅੱਡ-ਅੱਡ ਨੇ। ਠੀਕ ਹੈ,
ਇਹ ਆਪਾਂ ਇਹਨੂੰ ਗਵਰਨਰ ਦੇ ਨਾਲ ਨਾ ਜੋੜੀਏ, ਇਸੇ ਚਾਂਸਲਰ ਆਫ ਦੀ ਯੂਨੀਵਰਸਿਟੀ ਦੇ ਨਾਲ ਜੋੜੀਏ। ਪਹਿਲੀ ਗੱਲ ਤੇ ਮੇਰੀ ਇਹ ਹੈ ਜੀ। ਦੂਜੀ ਗੱਲ, ਇਹ ਕਹਿੰਦੇ ਨੇ ਕਿ ਜਿਹੜਾ ਬੋਰਡ ਹੈਗਾ ਵਾ ਉਹਨੇ ਨਿਯੁਕਤੀ ਕਰਨੀ ਹੁੰਦੀ ਹੈ। ਆਈ ਐਗਰੀ ਵਿਦ ਇਟ ਕਿ ਬੋਰਡ ਨੇ ਕਰਨੀ ਹੁੰਦੀ ਹੈ। ਹੁਣ ਬੋਰਡ ਦਾ ਚੇਅਰਮੈਨ ਕੌਣ ਹੈ? ਚਾਂਸਲਰ ਆਫ ਦਾ ਯੂਨੀਵਰਸਿਟੀ। ਇਹ ਕਹਿੰਦੇ ਬੋਰਡ ਤੇ ਨਿਯੁਕਤੀ ਕਰੇਗਾ ਲੇਕਿਨ ਉਹ ਚੇਅਰਮੈਨ ਨਹੀਂ ਵਿੱਚ ਹੋਏਗਾ ਉਹਦੇ। ਹਾਊ ਕੈਨ ਇਟ ਬੀ ਪੋਸੀਬਲ? ਹਾਊ ਕੈਨ ਬੋਰਡ ਫੰਕਸ਼ਨ ਵਿਦਆਊਟ ਅ ਚੇਅਰਮੈਨ? ਮਤਲਬ ਹੈਰਾਨੀ ਦੀ ਗੱਲ ਹੈ ਨਾ ਕਿ ਬੋਰਡ ਕਰੇਗਾ ਲੇਕਿਨ ਉਹ ਚੇਅਰਮੈਨ ਉਹਦੇ ਵਿੱਚ ਨਹੀਂ ਹੋਏਗਾ। ਕਿਆ ਮਜ਼ਾਕ ਦੀ ਗੱਲ ਕਰ ਰਹੇ ਆਪਾਂ? ਚਾਂਸਲਰ ਆਫ ਦਾ ਯੂਨੀਵਰਸਿਟੀ ਇਜ਼ ਚੇਅਰਮੈਨ ਆਫ ਦੈਟ ਬੋਰਡ। ਠੀਕ ਹੈ, ਚਲੋ ਸਰੀਨ ਸਾਹਿਬ ਇੱਕ ਹੋਰ ਗੱਲ ਦੱਸੋ, ਇੱਕ ਹੋਰ ਗੱਲ ਦੱਸੋ। ਜਿਹੜੇ ਬੋਰਡ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਯੂਨੀਵਰਸਿਟੀ 'ਚ ਬੋਰਡ ਹੋਰ ਵੀ ਡਿਸੀਜਨ ਲੈਂਦਾ ਹੋਵੇਗਾ, ਉਸ ਦੇ ਵਿੱਚ ਵੀ ਚਾਂਸਲਰ ਦਾ ਪਹੁੰਚਣਾ, ਚੇਅਰਮੈਨ ਦਾ ਪਹੁੰਚਣਾ ਜ਼ਰੂਰੀ ਹੁੰਦਾ, ਕਿਉਂਕਿ ਰਬਰ ਸਟੈਂਪ ਦੇ ਤੌਰ ਦੇ ਉੱਤੇ ਕਿਹਾ ਜਾਂਦਾ ਹੈ ਆਮ ਤੌਰ ਤੇ। ਦੇਖੋ ਇੱਕ ਗੱਲ ਹੈਗੀ ਹੈ, ਡੇ ਟੂ ਡੇ ਵਰਕਿੰਗ ਵਾਸਤੇ ਤੁਸੀਂ ਜੇ ਉਹਦੀ ਸੈਕਸ਼ਨ 13 ਜਿਹੜਾ ਦਾ ਹੈਗਾ ਉਹਨੂੰ ਆਪਾਂ ਤਰੀਕੇ ਨਾਲ ਪੜ੍ਹ ਲਈਏ ਜੀ, ਉਹ 'ਚ ਲਿਖਿਆ ਹੋਇਆ ਹੈ ਕਿ ਵਾਈਸ ਚਾਂਸਲਰ ਇਜ਼ ਅ ਵਰਕਿੰਗ ਚੇਅਰਮੈਨ। ਠੀਕ ਹੈ, ਠੀਕ ਹੈ ਨਾ? ਸੁਣ ਲਓ ਹੁਣ ਮੇਰੀ ਗੱਲ। ਹੁਣ ਇੱਥੇ ਕੀ ਸੀਗਾ, ਇੱਥੇ ਵਾਈਸ ਚਾਂਸਲਰ ਹੈ ਨਹੀਂਗਾ, ਵਾਈਸ ਚਾਂਸਲਰ ਹੈ ਨਹੀਂਗਾ। ਔਰ ਇਸ ਕਾਰਜਕਾਰੀ ਤਾਂ ਸੀ, ਕਾਰਜਕਾਰੀ ਨਹੀਂ, ਸੁਣ ਲਓ ਗੱਲ ਮੇਰੀ। ਔਰ ਇਸ ਬੋਰਡ ਦੀ ਮੀਟਿੰਗ ਦੀ ਚੇਅਰਮੈਨ ਹੀ ਕਰ ਰਹੇ ਚੀਫ ਸੈਕਟਰੀ। ਠੀਕ ਹੈ। When chancellor is there, chairman is there, how can a person junior to him ਠੀਕ ਹੈ, ਵੈਲਿਡ ਪੁਆਇੰਟ ਹੈ ਤੁਹਾਡਾ, ਵੈਲਿਡ ਪੁਆਇੰਟ ਹੈ। ਜਵਾਬ ਲੈ ਲੈਣ ਤੋਂ ਪਲੀਜ਼, ਜਵਾਬ ਲੈ ਲੈਣ। ਜਵਾਬ ਦੇ ਦੇਣ ਮੇਰਾ। ਕੰਗ ਸਾਹਿਬ, ਕਿਹੜੇ ਪਰਮਾਨੈਂਟ ਵਾਈਸ ਚਾਂਸਲਰ ਦੀ ਅਪਾਇੰਟਮੈਂਟ ਗਵਰਨਰ ਨੇ ਅੱਜ ਤੱਕ ਕੀਤੀ ਤੇ ਕਿਹੜੀ ਮੀਟਿੰਗ 'ਚ ਗਵਰਨਰ ਸਾਹਿਬ ਅੱਜ ਤੱਕ ਗਏ ਆ ਪੀਏਯੂ 'ਚ? ਤੁਸੀਂ ਖਾਮ ਬੋਰਡ ਆਫ ਮੈਨੇਜਮੈਂਟ ਦੀ ਤਾਕਤਾਂ ਨੂੰ ਘੱਟ ਕਰਨਾ ਚਾਹੁੰਦੇ ਹੋ? ਤੁਸੀਂ ਉੱਥੇ ਤਾਨਾਸ਼ਾਹੀ ਦਾ ਮਜ਼ਾਕ ਹੈ, ਤੁਸੀਂ ਪੰਜਾਬੀਆਂ ਦਾ ਮਜ਼ਾਕ ਸਮਝ ਰੱਖਿਆ, ਤੁਸੀਂ ਸਾਡੀਆਂ ਤੁਸੀਂ ਮਜ਼ਾਕ ਬਣਾਇਆ ਹੋਇਆ ਹੈ। ਕੰਗ ਸਾਹਿਬ ਤੁਸੀਂ ਮਜ਼ਾਕ ਬਣਾ ਕੇ ਰੱਖਿਆ ਹੋਇਆ ਹੈ। ਤੁਸੀਂ ਇਹ ਜਿਹੜਾ ਜਿਹੜੇ ਸਾਡੀ ਧੌਣ ਤੇ ਕੋਡਾ ਰੱਖਿਆ ਸੀ ਨਾ ਕਿਸਾਨੀ ਅੰਦੋਲਨ 'ਚ, ਦਿਮਾਗ ਕੀ ਕਰਦੇ ਹੋ? ਵੜ ਦਵਾਂਗੇ ਹਰ ਗੈਰ ਕਾਨੂੰਨੀ ਕੰਮ ਇੱਕ ਕਰਕੇ ਲੋਕਾਂ ਨੂੰ ਸਮਝ ਆਵੇ ਪਲੀਜ਼। ਪੰਜਾਬ ਸਾਹਿਬ ਕੰਪਲੀਟ ਕਰ ਲਓ। ਸਿੰਘ ਸਾਹਿਬ ਆ ਰਹੇ ਮੈਂ ਤੁਹਾਡੇ ਕੋਲ। ਬਹੁਤ ਖਤਮ ਕਰ ਲਏ ਤੁਸੀਂ ਦੇਸ਼ 'ਚ ਬਹੁਤ ਇੰਸਟੀਚਿਊਟ ਖਤਮ ਕਰਤੇ। ਪੰਜਾਬ ਦੇ ਤੁਸੀਂ ਆਪਣੀ ਗੱਲ ਕਰੋ, ਤੁਸੀਂ ਛੱਡਿਆ ਕੁਝ ਨਹੀਂਗਾ ਪੰਜਾਬ ਦਾ। ਸੁਣ ਲਓ ਸਾਹਿਬ, ਤੁਸੀਂ ਦੇਸ਼ ਦੀ ਚੱਲ ਪੈਂਦੇ ਹੋ, ਪੰਜਾਬ ਦੀ ਗੱਲ ਦੇ ਦੂਜੇ ਪਾਸੇ ਚੱਲ ਪੈਂਦੇ ਹੋ। ਪੰਜਾਬ ਦੀ ਗੱਲ ਕਰੋ। ਇੱਕ ਕਰਕੇ ਸਰ ਸਾਹਿਬ 30 ਸੈਕਿੰਡਸ ਦੋ ਨਾ, ਇੱਕ ਵਾਰੀ ਗੱਲ ਕੰਪਲੀਟ ਕਰ ਲੈਣ ਦਿਓ। ਪੰਜਾਬ ਦੀ ਗੱਲ ਕੰਪਲੀਟ ਕਰ ਲੈਣ ਦਿਓ, ਤੁਸੀਂ ਆਪਣੀ ਗੱਲ ਕਰੋ। ਦੇਖੋ ਜੀ 30 ਸੈਕਿੰਡ ਦਾ ਦੋ ਨਾ, ਤੁਸੀਂ ਆਪਣੀ ਗੱਲ ਰੱਖਿਓ ਨਾ। ਜਵਾਬ ਦਿਓ, ਚੇਅਰਮੈਨ ਦੇ ਬਿਨਾਂ ਮੀਟਿੰਗ ਕਿਵੇਂ ਹੋ ਗਈ? ਬੋਰਡ ਦੇ ਚੇਅਰਮੈਨ ਦੇ ਬਿਨਾਂ ਮੀਟਿੰਗ ਕਿਵੇਂ ਹੋ ਗਈ? ਤੁਸੀਂ ਮੈਨੂੰ ਦੱਸੋ ਨਾ, ਬੋਰਡ ਦੇ ਚੇਅਰਮੈਨ ਬਿਨਾਂ ਮੀਟਿੰਗ ਕਿਵੇਂ ਕਰ ਲਈ ਤੁਸੀਂ? ਦੇਖੋ ਮੈਨੂੰ ਨਹੀਂ ਸਮਝ ਆ ਰਿਹਾ, ਇੱਥੇ ਬੈਠੇ ਨੂੰ ਲੋਕਾਂ ਨੂੰ ਕਿਵੇਂ ਸਮਝ ਆਏਗਾ? ਮੈਂ ਤਾਂ ਹੀ ਰਿਕੁਐਸਟ ਕਰ ਰਿਹਾ ਕੰਗ ਜੀ ਔਰ ਸਰੀਨ ਸਾਹਿਬ, ਦੇਖੋ ਆਪਾਂ ਬੜੀ ਤਫਸੀਲ ਨਾਲ ਗੱਲ ਕਰ ਰਹੇ ਹਾਂ, ਪਲੀਜ਼ 30 ਸੈਕਿੰਡ ਇੱਕ ਦੂਜੇ ਨੂੰ ਦਵੋ ਤਾਂ ਕਿ ਗੱਲ ਸਮਝ ਆਵੇ ਤੁਹਾਨੂੰ ਵੀ, ਲੋਕਾਂ ਨੂੰ ਵੀ। ਕੰਗ ਸਾਹਿਬ ਪਲੀਜ਼, ਸਰੀਨ ਸਾਹਿਬ ਰਿਕੁਐਸਟ ਹੈ, ਜੇ ਵਿਚਾਲੇ ਤੁਸੀਂ ਨਾ ਬੋਲੋ ਤਾਂ ਲੋਕਾਂ ਤੱਕ ਗੱਲ ਚੰਗੀ ਤਰ੍ਹਾਂ ਪਹੁੰਚੇਗੀ। ਕੰਗ ਸਾਹਿਬ ਕੰਪਲੀਟ ਕਰੋ। ਦੇਖੋ ਗੱਲ ਇਹ ਆ, ਮੈਨੂੰ ਇੱਕ ਵੀ ਵਾਈਸ ਚਾਂਸਲਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੱਸ ਦੇਣ ਜਿਹੜਾ ਗਵਰਨਰ ਨੇ ਅਪਾਇੰਟ ਕੀਤਾ ਹੋਵੇ ਅੱਜ ਤੱਕ। ਕਾਲੀਕਟ ਸਾਹਿਬ ਰਹੇ, ਔਲਖ ਸਾਹਿਬ ਵਰਗੇ ਵੱਡੇ ਲੋਕ ਹੈ ਜੀ। ਇਹ ਸਿਰਫ ਤੇ ਸਿਰਫ ਖਾਮ ਕਿਉਂਕਿ ਇਹ ਚਾਹੁੰਦੇ ਸਾਡੇ ਇੰਸਟੀਟਿਊਸ਼ਨਸ ਖਰਾਬ ਹੋਣ, ਕਨਫਲਿਕਟ ਪੈਦਾ ਹੋਵੇ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੱਤਾ ਸੀ ਗੌਰਵ ਜੀ ਹੁਣੇ ਕਿ ਪਹਿਲਾਂ ਗਵਰਨਰ ਸਾਹਿਬ ਨੇ ਸਹਿਮਤੀ ਦੇਤੀ ਸੈਸ਼ਨ ਕਰ ਲਓ, ਦੂਜੇ ਦਿਨ ਪਤਾ ਨਹੀਂ ਕਿੱਥੋਂ ਫੋਨ ਆਇਆ ਆਖੇ ਰੱਦ ਕਰਤੀ। ਆਖੇ ਜੀ ਮੈਂ ਲੀਗਲ ਐਡਵਾਈਸ ਲਈ ਸੀ। ਹੁਣ ਗਵਰਨਰ ਸਾਹਿਬ ਨੂੰ ਲੀਗਲ ਐਡਵਾਈਸ ਜਦੋਂ ਅਨੁਮਤੀ ਦਿੱਤੀ ਸੀ, ਪਰਮਿਸ਼ਨ ਉਦੋਂ ਲੈਣੀ ਚਾਹੀਦੀ ਆ। ਇਹ ਲੀਗਲ ਐਡਵਾਈਸ ਹੈ ਕਿ ਪੋਲੀਟੀਕਲ ਐਡਵਾਈਸ ਹੈ? ਸੇਮ ਜਿਹੜਾ ਸਾਡਾ ਬੋਰਡ ਆਫ ਮੈਨੇਜਮੈਂਟ ਹੈ, ਸਾਡੀ ਏਡੀ ਪ੍ਰੈਸਟੀਜੀਅਸ ਇੰਸਟੀਚਿਊਟ ਹੈ, ਔਰ ਬੋਰਡ ਆਫ ਮੈਨੇਜਮੈਂਟ ਨੂੰ ਇੰਪਾਵਰ ਕੀਤਾ ਪਾਰਲੀਮੈਂਟ ਨੇ। ਇਹ ਪਾਰਲੀਮੈਂਟ ਤੋਂ ਉੱਪਰ ਹੈ ਕੋਈ? ਔਰ ਪਾਰਲੀਮੈਂਟ ਇਹ ਉਹਨਾਂ ਦੀ ਆਟੋਨਮੀ ਨੂੰ, ਉਹਦੀ ਖੁਦਮੁਖਤਿਆਰੀ ਨੂੰ ਖਤਮ ਕਰਨਾ ਚਾਹੁੰਦੇ ਆ। ਦਿੱਕਤ ਸਿਰਫ ਇਹ ਬੀਜੇਪੀ ਚਾਹੁੰਦੀ ਆ। ਦੇਖੋ ਬਹੁਤ ਆਪਾਂ ਬਹੁਤ ਨਾ ਪੋਲੀਟੀਕਲ ਡਿਬੇਟ ਦੇ ਵਿੱਚ ਨਾ ਜਾਈਏ, ਬਿਲਕੁਲ ਫੈਕਟ ਦੇ ਉੱਤੇ ਰਹੀਏ। ਤੁਸੀਂ ਇਹ ਸਮਝਾ ਦਿਓ ਲੋਕਾਂ ਨੂੰ। ਇੱਕ ਸੈਕਿੰਡ ਸਰ, ਸਰੀਨ ਜੀ ਮੈਂ ਤੁਹਾਡੇ ਕੋਲ ਆ ਰਿਹਾ। ਕੰਗ ਸਾਹਿਬ, ਲੋਕਾਂ ਦਾ ਸਵਾਲ ਇਹ ਵੀ ਹੋਏਗਾ ਉਹਨਾਂ ਦੇ ਜ਼ਿਹਨ ਦੇ ਵਿੱਚ ਕਿ ਜਿਹੜੀ ਬੋਰਡ ਦੀ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਗੋਸਲ ਸਾਹਿਬ ਨੂੰ ਵੀਸੀ ਚੁਣ ਲਿਆ ਗਿਆ, ਉਸ ਬੋਰਡ ਦੀ ਮੀਟਿੰਗ ਨੂੰ ਹੈਡ ਕੌਣ ਕਰ ਰਿਹਾ ਸੀ? ਚੀਫ ਸੈਕਟਰੀ। ਨਹੀਂ, ਜਦੋਂ ਚਾਂਸਲਰ ਹੈਗੇ ਨੇ, ਚੇਅਰਮੈਨ ਹੈਗੇ ਨੇ, ਤਾਂ ਚੀਫ ਸੈਕਟਰੀ ਕਿਉਂ ਕਰ ਰਹੇ ਨੇ? ਇਹ ਵੀ ਸੰਵਿਧਾਨ ਦੇ ਵਿੱਚ ਹੈ, ਰੂਲ ਬੁੱਕ ਕਹਿੰਦੀ ਹੈ ਕਿ ਚੀਫ ਸੈਕਟਰੀ ਹੈਡ ਕਰਨਗੇ। ਦੇਖੋ ਇੱਕ ਮੇਰੀ ਗੱਲ ਸੁਣ ਲਓ, ਇਹ ਪੀਏਯੂ ਦੇ ਮਾਮਲੇ 'ਚ ਜਿਹੜਾ ਚਾਂਸਲਰ ਹੁੰਦਾ ਹੈ, ਚਾਹੇ ਉਹ ਪੰਜਾਬ ਦੇ ਮਾਮਲੇ 'ਚ ਗਵਰਨਰ ਵੀ ਆ, ਉਹੀ ਚਾਂਸਲਰ ਹੈ, ਉਹਨੂੰ ਸਿਰਫ ਤੇ ਸਿਰਫ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਪੀਏਯੂ ਦੇ ਮਾਮਲੇ 'ਚ। ਗੱਲ ਸਮਝਣ, ਗਵਰਨਰ ਸਾਹਿਬ ਨੂੰ ਇਤਰਾਜ਼ ਹੈ ਇਸ ਗੱਲ ਦੇ ਉੱਤੇ ਕਿ ਸੀਐਸ ਕਿਵੇਂ ਜਾ ਕੇ ਮੀਟਿੰਗ ਨੂੰ ਹੈਡ ਕਰ ਸਕਦਾ? ਪੜ੍ਹ ਲਓ ਸੈਕਸ਼ਨ 15 ਪੜ੍ਹ ਲਓ ਮੂੰਹ ਨਹੀਂ ਯਾਦ ਹੈ। ਮੇਰੀ ਗੱਲ ਸੁਣੋ ਗੌਰਵ ਜੀ, ਮੈਨੂੰ ਹੋਰ ਵੀ ਟੀਵੀ ਤੋਂ ਫੋਨ ਆ ਰਿਹਾ ਇੱਕ ਮੇਰੇ ਲਾਸਟ। ਗਵਰਨਰ ਸਾਹਿਬ ਨੇ ਜਿਹੜੀ ਦੂਜੀ ਗੱਲ ਵੀ ਕਹੀ ਆਪਣੀ ਚਿੱਠੀ 'ਚ, ਆਖੇ ਜੀ ਚਾਰਜ ਫਲਾਣੇ ਬੰਦੇ ਨੂੰ ਦੇ ਦਿਓ। ਆਹ ਚਿੱਠੀ 'ਚ ਉਹਦੇ 'ਚ ਵੀ ਸੈਕਸ਼ਨ 15 ਸਬ ਸੈਕਸ਼ਨ 5 ਕਹਿੰਦਾ ਬੋਰਡ ਆਫ ਮੈਨੇਜਮੈਂਟ ਚਾਰਜ ਵੀ ਦਊਗਾ ਜੇ ਡਿਸਪਿਊਟ ਨਾ ਹੋਵੇ, ਜਿੱਥੇ ਕਨਫਲਿਕਟ
ਉਹ ਚਾਰਜ ਵੀ ਦਊਗਾ ਤੇ ਰਜਿਸਟਰਾਰ ਨੂੰ ਦਊਗਾ। ਠੀਕ ਹੈ, ਚਲੋ ਮੇਰੇ ਕੋਲ ਰੂਲ ਬੁੱਕ ਬਿਲਕੁਲ ਵੀ ਹੈ। ਕੰਗ ਸਾਹਿਬ ਸੁਣਿਓ, ਥੋੜਾ ਜਿਹਾ ਧਿਆਨ ਨਾਲ ਸੁਣਿਓ, ਤੁਸੀਂ ਥੋੜਾ ਜਿਹਾ ਪੋਲੀਟੀਕਲੀ ਮੋਟੀਵੇਟਡ ਹੈ। ਠੀਕ ਹੈ, ਇੱਕ ਵਾਰੀ ਥੋੜਾ ਜਿਹਾ ਧਿਆਨ ਨਾਲ ਸੁਣਿਓ, ਜਵਾਬ ਦੇ ਦਿਓ। ਜਿਹੜਾ ਤੁਸੀਂ ਰੂਲ ਬੁੱਕ ਦਾ ਜ਼ਿਕਰ ਕਰ ਰਹੇ ਹੋ, ਇਹ ਚੈਪਟਰ 3 ਦੇ ਵਿੱਚ ਇੱਕ ਪੈਰਾਗ੍ਰਾਫ ਈ ਹੈਗਾ, ਉਸ ਦੇ ਵਿੱਚ ਜ਼ਿਕਰ ਹੈ ਕਿ ਵੇਅਰ ਦਾ ਬੋਰਡ ਫੇਲਸ ਟੂ ਅਪਾਇੰਟ ਦਾ ਵਾਈਸ ਚਾਂਸਲਰ ਇਨ ਦਾ ਮੈਨਰ ਪ੍ਰਿਸਕ੍ਰਾਈਬਡ ਇਨ ਸੈਕਸ਼ਨ 15 ਆਫ ਦਾ ਐਕਟ ਵਿਦਿਨ 2 ਮੰਥਸ। ਉਹ ਲਿਖ ਰਹੇ ਹੈ ਕਿ ਜੇਕਰ 2 ਮਹੀਨੇ ਦੇ ਅੰਦਰ ਅੰਦਰ ਵਾਈਸ ਚਾਂਸਲਰ ਲਗਾਉਣ ਦੇ ਵਿੱਚ ਬੋਰਡ ਕਾਮਯਾਬ ਨਹੀਂ ਰਹਿੰਦਾ ਤਾਂ ਫਿਰ ਉਹ ਆਟੋਮੈਟਿਕਲੀ ਚਲਾ ਜਾਏਗਾ, ਅਨੇਬਲ ਹੋ ਜਾਏਗਾ ਚਾਂਸਲਰ ਦੇ ਕੋਲ। ਰੂਲ ਬੁੱਕ ਦਾ ਉਹਨਾਂ ਨੇ ਵੀ ਜ਼ਿਕਰ ਕੀਤਾ ਕਿ ਇਹ ਵੀ ਇੱਕ ਜੇ ਐਕਸਟੈਂਸ਼ਨ ਦਿੰਦੇ ਹੋਏ 2 ਮਹੀਨੇ ਤੋਂ ਉੱਪਰ ਹੋ ਗਏ ਤਾਂ ਫਿਰ ਰਾਜਪਾਲ ਦੇ ਕੋਲ ਚਲਾ ਜਾਏਗਾ। ਇਹਦੇ 14 ਮਹੀਨੇ ਅਪਾਇੰਟ ਨਹੀਂ ਕਰ ਸਕੇ। ਇਹੀ ਤਾਂ ਕਹਿ ਰਹੇ ਸੀ, ਜਿੱਥੇ ਕਨਫਲਿਕਟ ਹੋਵੇ, ਆਹੀ ਤਾਂ ਗੱਲ ਹੈ। ਨਹੀਂ ਕਨਫਲਿਕਟ ਉਹੀ ਗੱਲ ਹੈ, ਕਨਫਲਿਕਟ ਨਹੀਂ ਸੀ ਸਰ। 2 ਮਹੀਨੇ ਕਹਿੰਦੇ ਕਿ 14 ਮਹੀਨੇ ਹੋ ਚੁੱਕੇ ਹਨ, ਵਾਈਸ ਚਾਂਸਲਰ ਨਹੀਂ ਲੱਗਿਆ। ਉੱਥੇ ਕਨਫਲਿਕਟ ਨਹੀਂ ਆ। ਜਿਹੜਾ ਦੇਖੋ, ਜਦੋਂ ਜਿਹੜੀ ਸਿਲੈਕਸ਼ਨ ਕੀਤੀ ਆ ਸਾਡੀ ਸਰਕਾਰ ਨੇ, ਉਹ ਯੂਨੈਨਿਮਸਲੀ ਹੋਈ ਹੈ ਸਰ। ਉਹ 2 ਮਹੀਨੇ ਤੋਂ ਬਾਅਦ ਹੋਈ ਹੈ ਨਾ, ਉਹ 2 ਮਹੀਨੇ ਤੋਂ ਬਾਅਦ ਹੋਈ ਹੈ। ਨਹੀਂ, 2 ਮਹੀਨੇ ਤੋਂ ਜੇ 2 ਮਹੀਨੇ ਦੇ ਅੰਦਰ ਨਹੀਂ ਬਣਦੀ ਕੋਈ ਇੱਕ ਰਾਏ ਤਾਂ ਫਿਰ ਇਹੀ ਹੈ ਜਿਹੜਾ ਕਾਨੂੰਨ ਕਹਿ ਰਿਹਾ ਕਿ ਚਾਂਸਲਰ ਦੇ ਕੋਲ ਕੰਮ ਚਲਾ ਜਾਏਗਾ। ਤੇ ਕਹਿ ਤੇ ਰਹੇ ਚਾਂਸਲਰ ਨੇ, ਜਿਹੜੇ ਐਕਟਿੰਗ ਵਾਈਸ ਚਾਂਸਲਰ ਲਾਏ ਆ ਪਹਿਲਾਂ, ਜਦੋਂ ਸਹਿਮਤੀ ਨਹੀਂ ਬਣੀ ਤਾਂ ਹੀ ਤਾਂ ਲਾਏ, ਅਫਸਰਾਂ ਨੂੰ ਦਿੱਤੀ ਜਿਹੜੇ ਯਾਰ ਕਰਦੇ ਹੋ ਕੰਗ ਸਾਹਿਬ, ਕਿਹੜੀਆਂ ਗੱਲਾਂ ਕਰੀਆਂ ਤਾਂ ਹੀ ਜਦੋਂ ਕਿਹੜੇ ਬੰਦੇ ਹੋ ਯਾਰ। ਠੀਕ ਹੈ, ਚਲੋ ਸਰੀਨ ਸਾਹਿਬ ਰਿਐਕਟ ਕਰ ਲੈਣ ਦਿਓ। ਸਰੀਨ ਸਾਹਿਬ ਪਤਾ ਨਹੀਂ ਕੀ ਹੋ ਗਿਆ ਅੱਜ, ਸਾਰੇ ਤੁਸੀਂ ਬੜੇ ਹੋ ਪਰ ਅੱਜ ਤੁਹਾਨੂੰ ਪਤਾ ਨਹੀਂ ਕੀ ਹੋ ਗਿਆ। ਹਾਂ ਠੀਕ ਹੈ, ਉਹਨਾਂ ਦੀ ਗੱਲ ਸੁਣ ਲਈ ਹੈ। ਬੋਰਡ ਆਫ ਮੈਨੇਜਮੈਂਟ ਚ ਜਦੋਂ ਬੋਰਡ ਆਫ ਮੈਨੇਜਮੈਂਟ ਚ ਕਨਫਲਿਕਟ ਹੋਵੇ, ਡਿਸਪਿਊਟ ਹੋਵੇ, ਲੜਾਈ ਹੋਵੇ, ਸਹਿਮਤੀ ਨਾ ਬਣੇ, ਫਿਰ ਡੈਫੀਨਿਟਲੀ ਇਹੀ ਉਹ ਕਹਿ ਰਿਹਾ ਜੀ, ਲੈਟ ਮੀ ਸਪੀਕ। ਇਹ ਤਾਂ ਖਾਮ ਜੀ ਦੇਖੋ ਤੁਸੀਂ ਸਹਿਮਤੀ ਬਣ ਗਈ, ਥੋੜਾ ਹੋਲਡ ਕਰੋ। ਜਦੋਂ ਉੱਥੇ ਕੋਈ ਲੜਾਈ ਨਹੀਂ ਹੈ। ਹਾਂ ਸਮਝ ਆ ਰਿਹਾ ਸਰ, ਸਮਝ ਆ ਰਿਹਾ। ਤੁਸੀਂ ਕਹਿ ਰਹੇ ਹੋ ਕਿ ਸਹਿਮਤੀ ਦੇ ਨਾਲ ਸਭ ਕੁਝ ਹੋਇਆ। ਜਿਹੜੀ ਉਹਨਾਂ ਦੀ ਰਵਾਇਤ ਹੈ, ਜੋ ਅੱਜ ਤੱਕ ਪੀਏਯੂ ਚ ਅਪਾਇੰਟਮੈਂਟ ਹੁੰਦੀ ਰਹੀ ਆ, ਜੋ ਪੀਏਯੂ ਦਾ ਐਕਟ ਕਹਿੰਦਾ ਹੈ, ਜੋ ਪੀਏਯੂ ਦਾ ਬੋਰਡ ਆਫ ਮੈਨੇਜਮੈਂਟ ਦੀ ਪਾਵਰ ਹੈ, ਜੋ ਉਹਦੀ ਖੁਦ ਮੁਖਤਿਆਰੀ ਹੈ, ਜਦੋਂ ਉੱਥੇ ਸਹਿਮਤੀ ਹੈ ਤੇ ਤੁਸੀਂ ਖਾਮ ਮਤਲਬ ਕਨਫਲਿਕਟ ਪੈਦਾ ਕਰਨਾ ਚਾਹੁੰਦੇ, ਪੰਜਾਬ ਦੇ ਲੋਕਾਂ ਨੂੰ ਲੜਾਉਣਾ ਚਾਹੁੰਦੇ ਆਪਸ ਚ, ਤੁਹਾਡੀ ਮਨਸ਼ਾ ਕੀ ਆ? ਠੀਕ ਹੈ, ਚਲੋ ਜਵਾਬ ਲੈ ਲਓ, ਇੱਕ ਵਾਰੀ ਜਵਾਬ ਲੈ ਲਓ। ਯੂਜ਼ ਕਰ ਰਹੇ ਹੋ, ਠੀਕ ਹੈ, ਯੂਜ਼ ਕਰ ਰਹੇ ਹੋ, ਬਹੁਤ ਹੀ ਸਤਿਕਾਰਯੋਗ ਗਵਰਨਰ। ਜੀ ਜਵਾਬ ਲੈ ਲਓ ਸਰ, ਜਵਾਬ ਲੈ ਲਓ। ਤੁਸੀਂ ਬੜੀ ਡਿਟੇਲ ਦੇ ਵਿੱਚ ਆਪਣੀ ਗੱਲ ਰੱਖ ਲਈ। ਸਰੀਨ ਸਾਹਿਬ ਹਵਾਲੇ ਦੇ ਰਹੇ ਆ ਸੁਪਰੀਮ ਕੋਰਟ ਦੇ। ਠੀਕ ਹੈ ਸਰੀਨ ਸਾਹਿਬ, ਇਹ ਐਕਟ ਹੈ, ਇਹ ਐਕਟ ਦਾ ਮਾਮਲਾ ਸੁਪਰੀਮ ਕੋਰਟ ਦੇ ਉੱਪਰ ਹੋਵੇ। ਨਹੀਂ ਥੋੜੇ ਡਾਕੂਮੈਂਟ ਚ ਰਹਿ ਕੇ ਆਪਾਂ ਗੱਲ ਕਰੀਏ। ਮੈਂ ਉਹੀ ਕਹਿ ਰਿਹਾ, ਫੈਕਟ ਦੇ ਉੱਪਰ ਗੱਲ ਰਹੇ। ਸਰੀਨ ਸਾਹਿਬ ਫੈਕਟ ਪਰ ਗੱਲ ਕਰੋ ਨਾ। ਦੇਖੋ ਕਹਿ ਰਹੇ हैं कि जेकर कॉन्फ्लिक्ट होगा, एक सेकंड सर, एक सेकंड प्लीज कंग साहब थोड़े टाइम दो। सरीन साहब कॉन्फ्लिक्ट नहीं है तो फिर क्यों विवाद है? कॉन्फ्लिक्ट होवे तो गल समझ आंदे। सारे देश तो ਵੱਖਰਾ ਹੈ, ਇਹ ਚ ਕੋਈ ਕੰਗ ਸਾਹਿਬ ਥੋੜੇ ਹੋਲਡ ਕਰੋ, ਇੱਕ ਵਾਰੀ ਸੁਣ ਤਾਂ ਲਓ ਕੀ ਕਹਿ ਰਹੇ हैं। ਥੋੜਾ ਹੋਲਡ ਕਰੋ। ਅਸੀਂ ਕੀ ਲੈਣਾ ਦੇਣਾ? ਸਰੀਨ ਸਾਹਿਬ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਜੋ ਐਕਟ ਕਹਿੰਦਾ ਹੈ, ਜੋ ਪਾਰਲੀਮੈਂਟ ਤੋਂ ਪਾਸ ਹੈ। ਠੀਕ ਹੈ ਸਰੀਨ ਸਾਹਿਬ ਬੋਲਣ ਤੇ ਦਿਓ। ਸਰੀਨ ਸਾਹਿਬ ਤੁਸੀਂ ਆਪਣੀ ਗੱਲ ਰੱਖੋ ਪਲੀਜ਼। ਉਹਨੇ ਚੁੱਪ ਕਰਨਗੇ ਤਾਂ ਰੱਖੂਗਾ ਜੀ। ਉਸ ਲੈਵਲ ਤੇ ਕੋਈ ਕਿਸੇ ਨੇ ਰਿਕੁਐਸਟ ਹੈ। ਦੇਖੋ ਤੁਸੀਂ ਬੋਲ ਰਹੇ ਹੋ, ਫਿਰ ਵਿਚਾਲੇ ਬੋਲਣਗੇ, ਮੈਂ ਵੀ ਬੋਲ ਰਿਹਾ ਤਾਂ ਨਹੀਂ ਲੋਕਾਂ ਤੱਕ ਗੱਲ ਜਾ ਪਾਉਂਦੀ। ਜੋ ਤੁਸੀਂ ਆਪਣੀ ਗੱਲ ਰੱਖ ਰਹੇ ਹੋ, ਹੋਪਫੁਲੀ ਤੁਹਾਡੀ ਆਵਾਜ਼ ਪਹੁੰਚ ਚੁੱਕੀ ਹੈ, ਲੋਕਾਂ ਤੱਕ ਗੱਲ ਪਹੁੰਚ ਚੁੱਕੀ ਹੈ। ਸੁਣੋ ਨਾ ਤੇ ਵਿੱਚ ਬੋਲੀ ਜਾਓ, ਸੁਣੋ ਨਾ ਕਿਸੇ ਦੇ ਵਿੱਚ ਬੋਲੀ ਜਾਓ। ਇਹ ਭਾਜਪਾ ਵਾਲਿਆਂ ਨੂੰ ਆਦਤ ਪੈ ਗਈ ਹੈ। ਠੀਕ ਹੈ, ਉਹੀ ਕਹਿ ਰਹੇ ਨਾ ਸਰ, ਤੁਸੀਂ ਆਪਣੀ ਤਫਸੀਲ ਨਾਲ ਗੱਲ ਰੱਖੋ ਪਲੀਜ਼। ਇੱਕ ਵਾਰੀ ਗੱਲ ਸੁਣ ਲਓ ਉਹਨਾਂ ਦੀ ਕੀ ਕਹਿ ਰਹੇ ਆ। ਤਾਂ ਡਾਇਲੌਗਸ ਐਵੇਂ ਹੁੰਦੇ ਆ, ਹਰ ਕੋਈ ਕਿਸੇ ਨੂੰ ਬੋਲਣ ਦਾ ਸਮਾਂ ਹੁੰਦਾ। ਮੈਂ ਤੁਹਾਡੀ ਪੂਰੀ ਗੱਲ ਸੁਣੀ, ਤੁਸੀਂ ਸਰੀਨ ਸਾਹਿਬ ਗੱਲ ਸੁਣੋ। ਇਹ ਪੰਜਾਬ ਹਰਿਆਣਾ ਐਂਡ ਪੰਜਾਬ ਐਗਰੀਕਲਚਰ ਐਕਟ 1970 ਹੈ, ਜਿਹੜਾ ਕਿ ਪਾਰਲੀਮੈਂਟ ਤੋਂ ਪਾਸ ਹੋਇਆ। ਮਾਨਯੋਗ ਗਵਰਨਰ ਸਾਹਿਬ ਅੱਜ ਸੁਪਰੀਮ ਕੋਰਟ ਦੇ ਹਵਾਲੇ ਦੇ ਰਹੇ ਸੀ। ਸੁਪਰੀਮ ਕੋਰਟ ਦੇ ਹਵਾਲਿਆਂ ਨਾਲ ਕੀ ਮਤਲਬ ਹੈ? ਔਰ ਪੀਏਯੂ ਦਾ ਜਿਹੜਾ ਬੋਰਡ ਆਫ ਮੈਨੇਜਮੈਂਟ ਹੈ, ਬੜਾ ਡਿਫਰੈਂਟ ਹੈ ਸਾਰੀਆਂ ਯੂਨੀਵਰਸਿਟੀਆਂ ਤੋਂ। ਇਹ ਪੂਰੀ ਇਹਨੂੰ ਆਟੋਨਮੀ ਹੈ, ਇਹਨੂੰ ਖੁਦ ਮੁਖਤਿਆਰੀ ਆ, ਇਹ ਕਰ ਸਕਦਾ। ਹਾਂ, ਜਿੱਥੇ ਡਿਸਪਿਊਟ ਹੈ, ਜਿੱਥੇ ਕਨਫਲਿਕਟ ਹੈ, ਜਿੱਥੇ ਕੋਈ ਉਹਨਾਂ ਦੀ ਸਹਿਮਤੀ ਨਹੀਂ ਬਣਦੀ, ਤਾਂ ਡੈਫੀਨਿਟਲੀ ਗਵਰਨਰ ਜਾਊਗਾ। ਇਹ ਬਿਲਕੁਲ। ਔਰ ਬੀਜੇਪੀ ਵਾਲੇ ਤੇ 4 ਦਿਨ ਪਹਿਲਾਂ ਕਹਿ ਰਹੇ ਸੀ ਜੀ ਉਹ ਕਰ ਹੀ ਨਹੀਂ ਸਕਦਾ, ਬੋਰਡ ਆਫ ਮੈਨੇਜਮੈਂਟ ਕੌਣ ਹੁੰਦਾ? ਤੇ ਅੱਜ ਕਹਿੰਦੇ ਨਹੀਂ, ਉਹ ਕਰ ਤੇ ਸਕਦਾ ਹੈ। ਪਰ ਜੇ ਇੱਥੇ ਲੜਾਈ ਹੋਵੇ 2 ਮਹੀਨਿਆਂ ਚ ਵਾਈਸ ਗਵਰਨਰ ਨੂੰ ਨਹੀਂ ਬਿਲਕੁਲ। ਚਲੋ ਹੁਣ ਜਵਾਬ ਲੈ ਲਓ, ਜਵਾਬ ਲੈ ਲਓ। ਹਾਂ ਜਵਾਬ ਲੈ ਲਓ। ਤੁਸੀਂ ਲੜਾਈ ਨਾ ਪਵਾਓ ਸਰੀਨ ਸਾਹਿਬ। ਨਹੀਂ ਕੰਗ ਜੀ ਪਲੀਜ਼, ਐਵੇਂ ਨਹੀਂ ਪਲੀਜ਼, ਥੋੜਾ ਜਿਹਾ ਵੇਟ ਕਰਨਾ ਪਏਗਾ ਤੁਹਾਨੂੰ। ਰਿਪੀਟ ਕਰ ਦਿੱਤੀ ਹੈ, ਪਲੀਜ਼ ਥੋੜਾ ਜਿਹਾ ਹੋਲਡ ਰੱਖਣਾ ਪਏਗਾ। ਪੰਜਾਬ ਐਗਰੀਕਲਚਰ ਨਹੀਂ ਕੰਗ ਸਾਹਿਬ ਇਸ ਤਰ੍ਹਾਂ ਨਹੀਂ, ਪਲੀਜ਼ ਥੋੜਾ ਜਿਹਾ ਤਾਂ ਤੁਹਾਨੂੰ ਹੋਲਡ ਕਰਨਾ ਪਏਗਾ। ਦੂਜੇ ਬੰਦੇ ਨੂੰ ਸੁਣਨਾ ਹੋਏਗਾ ਨਾ ਕਿ ਉਹ ਕੀ ਕਹਿ ਰਹੇ। ਮੈਂ ਸੁਣਿਆ ਨਹੀਂ ਸਰ, ਤੁਸੀਂ ਪਿਛਲੇ 3-4 ਮਿੰਟ ਤੋਂ ਗੱਲ ਰੱਖੀ ਹੈ ਜਿਹੜੀ ਤੁਸੀਂ ਆਪਣਾ ਪੁਆਇੰਟ ਰੱਖੋ। ਸਰਕਾਰ ਚਲਾਣਗੇ। ਨਹੀਂ ਪਲੀਜ਼ ਇਸ ਤਰ੍ਹਾਂ ਨਹੀਂ, ਅਸੀਂ ਸਰਕਾਰ ਚੱਲਣ ਦੇ ਆਏ ਪੰਜਾਬ ਨੂੰ ਚਲਾ ਰਹੇ ਹਾਂ। ਅਸੀਂ ਤਾਨਾਸ਼ਾਹੀ ਠੀਕ ਹੈ, ਥੋੜਾ ਹੋਲਡ ਰੱਖੋ ਪਲੀਜ਼।
ਹਰ ਗੱਲ ਤੇ ਆਪਣੀ ਮਨਮਰਜ਼ੀ ਜਵਾਬ ਲੈ ਲਓ। ਮੈਂ ਤਾਂ ਹੀ ਕਹਿ ਰਿਹਾ ਕਿ ਪੁਆਇੰਟ ਦਾ ਜਵਾਬ ਲੈਂਦੇ ਰਹੋ, 5-10 ਇਕੱਠੇ ਪੁਆਇੰਟ ਹੋਣਗੇ, ਨਹੀਂ ਗੱਲ ਹੁੰਦੀ। ਗੌਰਵ ਇਹ ਕੋਈ ਤਰੀਕਾ ਨਹੀਂ ਗਾ ਯਾਰ, ਲੋਕਾਂ ਦੇ ਹੱਕਾਂ ਤੇ ਡਾਕਾ ਗੌਰਵ ਇਹ ਕੋਈ ਤਰੀਕਾ ਨਹੀਂ ਗਾ ਡਿਬੇਟ ਸਿੰਘ ਸਾਹਿਬ ਤੁਸੀਂ ਆਪਣੀ ਗੱਲ ਰੱਖੋ, ਸਿੰਘ ਸਾਹਿਬ ਤੁਸੀਂ ਆਪਣੀ ਗੱਲ ਰੱਖੋ। ਬੋਲੀ ਜਾ ਰਹੇ ਦਾ ਸਤਿਕਾਰ ਓਕੇ ਨਾਈਸ ਸਪੀਕ। ਪੰਜਾਬ ਦੇ ਲੋਕਾਂ 'ਚ ਇਹ ਬੋਲੋ ਤਾਂ ਚੁੱਪ ਹੀ ਨਹੀਂ ਕਰਦੇ ਹੈਗੇ, ਇਸ ਤਰੀਕੇ ਨਾਲ ਨਹੀਂ ਅਸੀਂ ਇਹਨਾਂ ਨੂੰ ਪਤਾ ਹੀ ਨਹੀਂ ਡਿਬੇਟ ਕਰਨੀ ਕਿਵੇਂ ਹੈਗੀ ਹੈ। ਤੁਸੀਂ ਸਿਰਫ ਆਪਣੀ ਗੱਲ ਬੋਲੀ ਜਾਣੀ ਹੈ। ਹਰ ਗੱਲ ਕੋਈ ਕੰਮ ਇਹ ਕਰਦੇ ਨੇ। ਸਿੰਘ ਸਾਹਿਬ ਆਪਣੀ ਗੱਲ ਰੱਖੋ, ਤੁਸੀਂ ਆਪਣੀ ਗੱਲ ਰੱਖੋ। ਸ਼ੁਰੂ ਕਿੰਨੇ ਕੀਤਾ? ਸਿੰਘ ਸਾਹਿਬ ਆਪਣੀ ਗੱਲ ਰੱਖੋ ਪਲੀਜ਼। ਔਰ ਸੁਣਨਾ ਸੁਣਨ ਦੀ ਹਿੰਮਤ ਰੱਖੋ। ਤੁਹਾਡੇ ਤੋਂ ਉੱਚੀ ਆਵਾਜ਼ 'ਚ ਬੋਲਣਾ ਆਉਂਦਾ ਮੈਨੂੰ। ਤੁਸੀਂ ਤੁਹਾਡੀ ਨਹੀਂ, ਮੇਰੇ ਕੋਲ ਤੁਹਾਡੇ ਤੋਂ ਉੱਚੀ ਆਵਾਜ਼ 'ਚ ਬੋਲਣਾ ਆਉਂਦਾ। ਤੁਹਾਡੇ ਕੋਲ ਜਵਾਬ ਕੋਈ ਨਹੀਂ ਸੁਣਦਾ, ਤਾਂ ਹੀ ਤੁਸੀਂ ਪਾਸੇ ਭੱਜਦੇ ਪਏ ਹੋ। ਗੱਲ ਸੁਣਨ ਦੀ ਹਿੰਮਤ ਰੱਖੋ ਜੇ ਸੱਚਾਈ ਹੈਗੀ ਤੇ। ਹਿੰਮਤ ਰੱਖੋ ਸੱਚ ਸੁਣਨ ਦੀ। ਸਾਰੇ ਪੰਜਾਬ ਨੂੰ ਲੁੱਟ ਕੇ ਖਾ ਗਏ ਤੁਸੀਂ। ਤੁਸੀਂ ਸਾਰੇ ਕਾਨੂੰਨਾਂ ਨੂੰ ਸਿੱਕੇ ਢੰਗ ਦਿੱਤਾ। ਹਰ ਚੀਜ਼ ਵਿੱਚ ਤੁਸੀਂ ਗੜਬੜ ਕਰਦੇ ਹੋ। ਸੰਵਿਧਾਨ ਨੂੰ ਤੁਸੀਂ ਨਹੀਂ ਮੰਨਣ ਨੂੰ ਤਿਆਰ, ਕਾਨੂੰਨ ਨੂੰ ਤੁਸੀਂ ਮੰਨਣ ਨੂੰ ਤਿਆਰ, ਸੁਪਰੀਮ ਕੋਰਟ ਤੁਸੀਂ ਮੰਨਣ ਨੂੰ ਤਿਆਰ ਨਹੀਂ ਗਏ। ਤੁਸੀਂ ਨਵੀਂ ਸਰਕਾਰ ਚਲਾਉਣ ਆਏ ਹੋ। ਪੰਜਾਬੀ ਨਹੀਂ ਮੰਨਣਗੇ। ਅੱਜ ਤੱਕ ਕਦੀ ਕੰਫਲਿਕਟ ਨਹੀਂ ਤੁਹਾਡੇ ਕਿਉਂ ਪੈਂਦੇ? ਗੈਰਤਮੰਦ ਲੋਕ ਹੈ ਅਸੀਂ, ਗੈਰਤਮੰਦ ਅਸੀਂ। ਤੁਸੀਂ ਗੈਰਤਮੰਦ ਹੈ, ਤੁਹਾਡੇ ਤੋਂ ਬੇਗੈਰਤ ਕੋਈ ਨਹੀਂਗਾ ਯਾਰ। ਤੁਹਾਡੇ ਤੋਂ ਬੇਗੈਰਤ ਕੋਈ ਨਹੀਂਗਾ। ਨਹੀਂ ਬਦਲ ਦਵਾਂਗੇ। ਕੇਜਰੀਵਾਲ ਦੀ ਚਮਚਾਗਿਰੀ ਦਾ ਤੁਹਾਨੂੰ ਕੰਮ ਕੋਈ ਨਹੀਂਗਾ। ਅਸੀਂ ਕਿਸਾਨੀ ਅੰਦੋਲਨ ਤੁਸੀਂ ਨਾ ਹੋਵੋ ਕਿਸੇ ਵੀ ਆਪਾਂ ਪੁਆਇੰਟ ਕਰੀਏ। ਮੈਂ ਤਾਂ ਤੁਹਾਨੂੰ ਕਿਹਾ ਸੀ ਕਿ ਪੋਲੀਟੀਕਲ ਗੱਲ ਨਾ ਕਰੀਏ, ਆਪਾਂ ਪੁਆਇੰਟ ਰੱਖੀਏ, ਸਿੱਧਾ ਗੱਲ ਕਰੀਏ। ਕਿਸਾਨੀ ਯੂਨੀਵਰਸਿਟੀ ਤੁਹਾਨੂੰ ਕੋਈ ਕੰਮ ਨਹੀਂ ਹੈ ਖਾਨ ਸਾਹਿਬ, ਤੁਸੀਂ ਬਹੁਤ ਤਫਸੀਲ ਨਾਲ ਆਪਣੀ ਗੱਲ ਰੱਖੀ। ਦੂਜੇ ਬਹੁਤ ਪ੍ਰੈਸਟੀਜੀਅਸ ਪੰਜਾਬ ਨੂੰ ਲੁੱਟ ਕੇ ਖਾ ਗਏ ਹੋ। ਕਿਸੇ ਕਾਨੂੰਨ ਨੂੰ ਨਹੀਂ ਮੰਨਣ ਨੂੰ ਤਿਆਰ, ਤੁਸੀਂ ਸੰਵਿਧਾਨ ਨੂੰ ਮੰਨਣ ਨੂੰ ਤਿਆਰ ਨਹੀਂ। ਸੁਪਰੀਮ ਕੋਰਟ ਬਿਲਕੁਲ ਨਹੀਂ ਕਰਦਾ। ਬਹੁਤ ਡੀਰੇਲ ਹੋ ਜਾਂਦਾ ਨਾ ਮਾਮਲਾ। ਅਸੀਂ ਗੈਰਤਮੰਦ ਲੋਕ ਹੈ। ਇਸ ਤਰ੍ਹਾਂ ਤੁਸੀਂ ਆਪਣੀ ਗੱਲ ਰੱਖ ਲੈਣਾ, ਤੁਸੀਂ ਆਪਣੀ ਗੱਲ ਰੱਖ ਲੈਣਾ। ਦੇਖੋ ਐਵੇਂ ਨਹੀਂ ਹੋਇਆ ਕਰਦਾ ਡਿਬੇਟ ਵਿੱਚ ਦੋਵੇਂ ਪਾਸੇ। ਨਹੀਂ ਪਲੀਜ਼ ਇਸ ਤਰ੍ਹਾਂ ਨਹੀਂ ਖਾਨ ਸਾਹਿਬ, ਇਸ ਤਰ੍ਹਾਂ ਨਹੀਂ ਪਲੀਜ਼ ਰਿਕੁਐਸਟ ਹੈ। ਤੁਸੀਂ ਗੱਲ ਨੂੰ ਸਮਝ ਜਾਓ, ਕਿਹੜਾ ਕੋਈ ਪਹਿਲੀ ਵਾਰ ਡਿਬੇਟ ਹੋ ਰਹੀ ਹੈ ਕਿ ਜਦੋਂ ਤੁਸੀਂ ਕੋਈ ਡਾਇਲੋਗ ਹੁੰਦੀ ਹੈ ਤੇ ਗੱਲ ਹੁੰਦੀ ਹੈ ਤਾਂ ਦੋਵੇਂ ਪਾਸੇ ਤੋਂ ਗੱਲ ਹੋ ਰਹੀ ਹੈ। ਇਹ ਕਿਸੇ ਹੋਰ ਨੂੰ ਉਂਗਲ ਦਿਖਾ ਕੇ ਦੇਖੀ ਹੋਇਆ ਮੈਨੂੰ। ਇਹੋ ਗੱਲਾਂ ਸ੍ਰੀ ਸਾਹਿਬ ਤੇ ਨਹੀਂ ਚੱਲਦੀਆਂ, ਬੀਜੇਪੀ ਨਹੀਂ ਚੱਲਦੀਆਂ। ਤੁਹਾਡੇ ਨਾ ਤੁਹਾਡੇ ਦਬਕੇ ਡਰਦੇ ਅਸੀਂ। ਇਹ ਇੱਥੇ ਪੰਜਾਬੀ ਗੈਰਤਮੰਦ ਲੋਕ ਹੈ। ਪੰਜਾਬੀ ਤੁਸੀਂ ਠੇਕਾ ਨਹੀਂ ਦਿੱਤਾ ਪੰਜਾਬ ਦਾ। ਤੁਸੀਂ ਪੰਜਾਬੀ ਤੁਸੀਂ ਆਪਣੇ ਆਪ ਨੂੰ ਪੰਜਾਬੀ ਕਹਿੰਦੇ, ਬਾਕੀ ਗੈਰ ਪੰਜਾਬੀ ਨੇ। ਪੰਜਾਬ ਦਾ ਠੇਕਾ ਲੈ ਲਿਆ ਲੁੱਟਣ ਦਾ। ਅਸੀਂ ਗੈਰਤਮੰਦ ਲੋਕ ਹੈ। ਤੁਸੀਂ ਤੁਹਾਡੇ ਬੇਗੈਰਤ ਕੋਈ ਨਹੀਂਗਾ। ਸਾਰਾ ਪੰਜਾਬ ਲੁੱਟ ਕੇ ਖਾ ਗਏ। ਰਾਜਨੀਤੀਕਰਨ ਕਰ ਦੂੰਗਾ। ਦੱਸੋ ਕਿੱਥੇ ਰੇਟਾਂ ਦਾ ਰੇਟ 45 ਰੁਪਏ ਫੁੱਟ ਦਾ ਰੇਟ ਕਰਤਾ। ਨੌਰਥ ਦਾ 45 ਰੁਪਏ ਲੈ ਗਏ, ਪੈਸਾ ਲੁੱਟ ਕੇ ਲੈ ਗਏ ਤੁਸੀਂ ਸਾਰਾ। ਐਕਸਾਈਜ਼ ਪਾਲਿਸੀ ਤੁਸੀਂ 5% ਦੀ ਕਮਿਸ਼ਨ ਕੱਟ ਕਰ ਲਈ। ਤੁਹਾਡੇ ਦੋ ਮੰਤਰੀ ਅੰਦਰ ਗਏ, ਦੋ ਜਾਣ ਨੂੰ ਤਿਆਰ ਬੈਠੇ ਨੇ। ਤੁਸੀਂ ਆਪਣਾ ਗੈਰਤਮੰਦ ਕਹਿੰਦੇ ਹੋ। ਇਹਨਾਂ ਨੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਵੀ ਇਸੇ ਤਰੀਕੇ ਨਾਲ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਤੁਹਾਡੇ ਪੱਲੇ ਕੀ ਹੈ? ਲੋਕਾਂ ਨੇ ਤੁਹਾਡੇ ਪੱਲੇ ਕੀ ਹੈ? ਸਾਹਿਬ ਸੋਏ ਫਾਲਤੂ ਬੋਲਣ ਦੇ। ਸੈਨੇਟ ਤੁਹਾਡੇ ਪੱਲੇ ਕੁਛ ਨਹੀਂਗਾ। ਪੰਜਾਬ ਨੂੰ ਲੁੱਟਣ ਦੇ ਇਲਾਵਾ ਕੰਮ ਕੋਈ ਨਹੀਂਗਾ। ਕੇਜਰੀਵਾਲ ਨੂੰ ਜਾ ਕੇ ਪੈਸੇ ਦੇਣ ਦੇ ਇਲਾਵਾ ਕੰਮ ਕੋਈ ਨਹੀਂਗਾ। ਦੱਸੋ ਮੈਨੂੰ ਐਕਸਾਈਜ਼ ਪਾਲਿਸੀ 5% ਕਮਿਸ਼ਨ ਕਿਉਂ ਨਹੀਂ ਗਿਆ? ਦੱਸੋ ਐਕਸਾਈਜ਼ ਪਾਲਿਸੀ ਦੇ 5% ਕਮਿਸ਼ਨ ਕਿੱਥੇ ਗਿਆ? ਕਿੰਨੇ ਖਾਦਾ 5% ਦਾ ਕਮਿਸ਼ਨ? ਦੋਵੇਂ ਗੈਸਟ ਨੂੰ ਮੇਰੀ ਅਪੀਲ ਹੈ ਥੋੜਾ ਜਿਹਾ YouTube ਤੇ ਰਿਵਾਈਂਡ ਕਰਕੇ ਸੁਣੋ ਕੀ ਸਮਝ ਆ ਰਹੀ ਹੈ। ਅਸੀਂ ਗੱਲ ਕਰ ਹੋਏਗਾ ਤੇ ਤੁਹਾਨੂੰ ਵੀ ਸਮਝ ਆਏਗਾ ਉਸ ਦੇ ਵਿੱਚ। ਦੇਖੋ ਗੱਲਬਾਤ ਤਾਂ ਇਸ ਤਰ੍ਹਾਂ ਨਹੀਂ ਹੋ ਸਕਦੀ ਕਿ ਆਪਾਂ ਤਿੰਨੇ ਜਾਣੇ ਬੋਲ ਰਹੇ ਹਾਂ ਤੇ ਸੁਣ ਕੌਣ ਰਿਹਾ। ਅਸੀਂ ਤੁਹਾਡੀ ਤਾਨਾਸ਼ਾਹੀ ਨੂੰ ਬਰਦਾਸ਼ਤ ਨਹੀਂ ਕਰਦੇ। ਉਹ ਤਾਨਾਸ਼ਾਹੀ ਤੁਸੀਂ ਕੀਤੀ ਹੋਈ ਹੈ। ਜਿੰਨਾ ਤੁਹਾਡੇ ਤੇ ਅਫਰੇਵਾ ਆਇਆ, ਤੁਹਾਨੂੰ ਤੇ ਬੰਦੇ ਨੇ ਸਿਆਣਦੇ ਤੁਸੀਂ। ਤੁਹਾਨੂੰ ਹੋਇਆ ਕੀ ਹੈ? ਸੈਨੇਟ ਵੀ ਇਸੇ ਤਰੀਕੇ ਨਾਲ ਦਿਮਾਗ ਖਰਾਬ ਹੋ ਗਿਆ। ਬੰਨੇ ਸੀਟਾਂ ਲੈ ਕੇ ਤੁਸੀਂ ਸਮਝਦੇ ਅਸੀਂ ਰੱਬ ਬਣ ਗਏ। ਪੰਜਾਬ ਦੇ ਕਾਨੂੰਨ ਨਾਲ ਚੱਲੇਗਾ, ਦੇਸ਼ ਦੇ ਕਾਨੂੰਨ ਨਾਲ ਚੱਲੇਗਾ, ਸੰਵਿਧਾਨ ਨਾਲ ਚੱਲੇਗਾ। ਆਪਣੇ ਮਰਜ਼ੀ ਨਹੀਂ ਚੱਲਣ ਦੇਵਾਂਗੇ। ਤੁਸੀਂ ਜੋ ਮਰਜ਼ੀ ਜੇਰ ਲਾ ਲਓ। ਤੁਸੀਂ ਐਡਾ ਜੇ ਕਹੋਗੇ ਕਿ ਅਸੀਂ ਮਰਜ਼ੀ ਨਾਲ ਸਰਕਾਰ ਚਲਾਈਏ, ਸੰਵਿਧਾਨ ਤੋਂ ਬਾਹਰ ਚਲਾਈਏ, ਕਾਨੂੰਨ ਤੋਂ ਬਾਹਰ ਲਾਈਏ, ਅਸੀਂ ਨਹੀਂ ਚੱਲਣ ਦੇਣੀ। ਕਿਸਾਨੀ ਅੰਦੋਲਨ ਤੁਸੀਂ ਜੋ ਮਰਜ਼ੀ ਕਰ ਲਓ, ਅਸੀਂ ਨਹੀਂ ਚੱਲਣ ਦੇਣੀ ਤੁਹਾਡੀ ਮਨਮਰਜ਼ੀ। ਪੰਜਾਬ ਕਾਨੂੰਨ ਦੇ ਨਾਲ ਚੱਲੇਗਾ, ਪੰਜਾਬ ਸੰਵਿਧਾਨ ਨਾਲ ਚੱਲੇਗਾ। ਕੰਤਾਰ ਤੁਹਾਡੀ ਮਰਜ਼ੀ ਨਾਲ ਨਹੀਂ ਚੱਲੇਗਾ। ਤੁਸੀਂ 30 ਦੀ ਸੈਨੇਟ ਖਤਮ ਕਰਤੀ ਸਾਜ਼ਿਸ਼ ਦਾ ਚੀਜ਼ ਪਹਿਲਾਂ। ਹੁਣ ਤੁਸੀਂ ਨਹੀਂ ਕਰ ਲਈ। ਹੁਣ ਤੁਹਾਡੇ ਮੰਤਰੀ ਜਾਣਗੇ ਜੇਲ੍ਹ 'ਚ। ਇਸ ਤਰ੍ਹਾਂ ਜਿੱਦੀ ਐਕਸਾਈਜ਼ ਪਾਲਿਸੀ ਲਾਗੂ ਕੀਤੀ ਹੈ ਪੰਜਾਬ ਦੀ 5% ਦਾ ਕਮਿਸ਼ਨ ਲਿੱਤਾ ਜਿਹਨੇ। ਕੇਜਰੀਵਾਲ ਜਾਊਗਾ ਅੰਦਰ ਜਿਹੜੇ 6% ਦੀ ਕਮਿਸ਼ਨ ਦਿੱਲੀ 'ਚ ਲਿੱਤੀ ਹੈ। ਇਹ ਗੁਰੂਆਂ ਦੀ ਧਰਤੀ ਹੈ ਪੰਜਾਬ। ਇਹ ਮੋਦੀ ਦੀ ਤਾਨਾਸ਼ਾਹੀ ਨਹੀਂ ਚੱਲਣੀ ਇੱਥੇ। ਕੇਜਰੀਵਾਲ ਦੀ ਤਾਨਾਸ਼ਾਹੀ ਨਹੀਂ ਚੱਲਣੀ। ਜਿਹੜੀ ਚਮਚਾਗਿਰੀ ਕਰਨੀ ਤੁਸੀਂ। ਪੰਜਾਬ ਦਾ ਮੁੱਖ ਮੰਤਰੀ ਪੰਜਾਬ ਚਲਾਊਗਾ, ਕੇਜਰੀਵਾਲ ਨਹੀਂ ਚਲਾਊਗਾ ਪੰਜਾਬ ਨੂੰ। ਕੇਜਰੀਵਾਲ ਨਹੀਂ ਚਲਾਊਗਾ ਪੰਜਾਬ ਨੂੰ। ਇੱਕ ਸਮਝ ਕੇ ਰੱਖੋ, ਰਾਘਵ ਚੱਡਾ ਨਹੀਂ ਚਲਾਊਗਾ ਪੰਜਾਬ ਨੂੰ। ਪੰਜਾਬ ਨੂੰ ਪੰਜਾਬ ਦੀ ਜਨਤਾ ਚਲਾਊਗੀ, ਪੰਜਾਬ ਦਾ ਕਾਨੂੰਨ ਚਲਾਊਗਾ। ਕਿਸਾਨੀ ਅੰਦੋਲਨ ਚ ਕੱਢਿਆ ਪਹਿਲਾਂ ਕਿਸਾਨੀ ਅੰਦੋਲਨ ਚ ਬਿਆਨ ਕੱਢਿਆ, ਧੌਣ ਚੋਂ ਕਿੱਲਾ। ਤੁਸੀਂ ਆਪਣਾ ਦੇਖੋ ਕੀ ਹੋਇਆ ਤੁਹਾਡਾ ਹਾਲ। ਹੁਣ ਵੀ ਕੱਟਾਂਗੇ। ਤੁਸੀਂ ਆਪਣਾ ਦੇਖੋ ਸੰਗਰੂਰ ਚ ਕੀ ਕਰ ਰਹੇ ਸੀ। ਸੰਗਰੂਰ ਦੇ ਵਿੱਚ ਸੰਗਰੂਰ ਦੇ ਕਿਸਾਨ ਮੋਰਚਾ ਲਾ ਕੇ ਬੈਠੇ ਕੀ ਕਰ ਰਹੇ ਤੁਸੀਂ? ਆਹ ਕਿਸਾਨ ਦੇ ਐਕਸ਼ਨ ਤੁਸੀਂ ਕਰਦੇ ਹੋ, ਵਾਅਦੇ ਕਰਕੇ ਮੁੱਕਰ ਗਏ ਤੁਸੀਂ ਉਹਨਾਂ ਨਾਲ। ਹੈ ਤੁਸੀਂ ਤੁਹਾਡੀ ਨਜ਼ਰ 10 ਦਿਨ ਹੋ ਗਏ ਬੈਠੇ ਨੂੰ।
ਦੱਸੋ ਮੈਨੂੰ ਕਿਹਨੇ ਗੱਲ ਕੀਤੀ ਆ ਕੇ ਤੁਹਾਡੀ ਤੁਸੀਂ ਕਿਸਾਨ ਕਾਸ਼ੀ ਕਹਿੰਦੇ ਹੋ ਆਪਣੇ ਆਪ ਨੂੰ ਮੂੰਗੀ ਦੀ ਫਸਲ ਦਾ ਮੁੱਲ ਦੇ ਕੇ ਮੁੜ ਕੇ ਤੁਸੀਂ ਮੁੱਲ ਨਹੀਂ ਦਿੱਤਾ ਐਮਐਸਪੀ ਦਿੱਤੀ ਤੁਸੀਂ ਆਪਣੇ ਆਪ ਨੂੰ ਕਿਸਾਨ ਕਾਸ਼ੀ ਕਹਿੰਦੇ ਹੋ ਖਤਮ ਕਰਨ ਦੀ ਸਾਜ਼ਿਸ਼ ਰਚੀ। ਸ਼ਰਮ ਕਰੋ ਯਾਰ ਗੱਲ ਨੂੰ ਕੋਈ ਇਸੇ ਤਰੀਕੇ ਨਾਲ ਸਰਕਾਰ ਚਲਾਣੀ ਨਹੀਂ ਆਉਂਦੀ ਐਵੇਂ ਤੁਸੀਂ ਸ਼ਰਮ ਕਰੋ ਕਰਦੀ ਮੇਲਾ ਦੇਸ਼ ਵੇਚਤਾ ਤੁਸੀਂ ਅਡਾਨੀ ਨੂੰ ਦੇਸ਼ ਵੇਚਤਾ ਤੁਸੀਂ ਪੰਜਾਬ ਵੇਚਦਾ ਭਾਈ ਸਾਹਿਬ ਤੁਸੀਂ 6 ਮਹੀਨੇ ਪੰਜਾਬ ਲੁੱਟ ਕੇ ਖਾ ਗਏ ਹੋ ਉਹ 6 ਮਹੀਨੇ ਚ ਤੁਸੀਂ ਰੰਗ ਦਿਖਾਤੇ ਆਪਣੇ ਲੋਕਾਂ ਨੂੰ ਪਤਾ ਲੱਗ ਗਿਆ ਬੇਈਮਾਨਾਂ ਤੋਂ ਬੇਈਮਾਨ ਤੁਹਾਡੀ ਦੀ ਤਾਨਾਸ਼ਾਹੀ ਤੁਹਾਡੀ ਚੱਲਣਗਾਰੀ ਤੁਸੀਂ ਕੀਤੀ ਹੈ ਹਰ ਚੀਜ਼ ਨੂੰ ਵੇਚਣ ਤੇ ਤੁਸੀਂ ਲਾਤਾ ਹੈ ਤੁਸੀਂ ਪੰਜਾਬ ਦਾ ਖਰਾਬੀਆਂ ਤੁਸੀਂ ਕਿਤੇ ਲੋਕਾਂ ਨੂੰ ਬੇਵਕੂਫ ਤੁਸੀਂ ਬਣਾਇਆ ਤੁਸੀਂ ਬੈਠੇ ਕਿੱਥੇ ਹੋ ਮੈਂ ਵਿਚਾਲੇ ਰੋਕਦਾ ਦੋਵਾਂ ਨੂੰ ਤੁਹਾਡੀ ਮੈਨੂੰ ਲੱਗਦਾ ਕਿ ਬਹੁਤ ਚੱਲਣ ਦੇ ਧੱਕੇਸ਼ਾਹੀ ਬਿਲਕੁਲ ਚੱਲਣ ਤੁਹਾਡੀ ਇਹ ਕੀ ਬਹਿਸ ਹੋਊਗੀ ਦੇਸ਼ ਕਾਨੂੰਨ ਨਾਲ ਚੱਲੇਗਾ ਦੇਸ਼ ਕੰਗ ਸਾਹਿਬ ਸਰੀਨ ਸਾਹਿਬ ਅਸੀਂ ਗੈਰਤਮੰਦ ਕੰਗ ਸਾਹਿਬ ਸਰੀਨ ਸਾਹਿਬ ਦੇਖੋ ਤੁਸੀਂ ਦੋਵੇਂ ਇੰਨੇ ਸੀਨੀਅਰ ਹੋਣਾ ਮੈਂ ਨਹੀਂ ਕਹਿ ਸਕਦਾ ਸੀਗਾ ਕਿ ਇੱਕ ਦਾ ਆਵਾਜ਼ ਬੰਦ ਕਰ ਦਿੱਤੀ ਜਾਵੇ ਮੈਂ ਬੋਲਿਆ ਹਾਂ ਮੈਂ ਉਹੀ ਕਹਿ ਰਿਹਾ ਕਿ ਤੁਸੀਂ ਦੋਵੇਂ ਸੀਨੀਅਰ ਹੋ ਤਾਂ ਨਹੀਂ ਚੰਗਾ ਲੱਗਦਾ ਕਿ ਮੈਂ ਕਹਾਂ ਕਿ ਇੱਕ ਦਾ ਆਡੀਓ ਡਾਊਨ ਕਰ ਦਿੱਤੀ ਜਾਵੇ ਅੱਛਾ ਨਹੀਂ ਲੱਗਦਾ ਉਸ ਤਰੀਕੇ ਨਾਲ ਕਿ ਇੱਕ ਦਾ ਆਡੀਓ ਡਾਊਨ ਕਰਕੇ ਆਪਾਂ ਦੂਜੇ ਦਾ ਆਡੀਓ ਸੁਣਾਈਏ ਮੈਂ ਇਸ ਕਰਕੇ ਤੁਹਾਨੂੰ ਲਿਖਿਆ ਕਿ ਠੀਕ ਹੈ 2-4-5 ਮਿੰਟ ਪਰ ਜਿਹੜੀਆਂ ਇਹ ਗੱਲਾਂ ਹੋ ਰਹੀਆਂ ਨੇ ਤਾਂ ਫਿਰ ਕਿਸੇ ਸਿਰੇ ਤਾਂ ਨਹੀਂ ਲੱਗੇਗਾ ਸਨੀਨ ਸਾਹਿਬ ਕੰਗ ਜੀ ਦੇਖੋ ਲੋਕ ਜਾਣਨਾ ਚਾਹੁੰਦੇ ਨੇ ਕਿ ਦਿੱਕਤ ਕੀ ਹੈ ਲੋਕ ਜਾਣਨਾ ਚਾਹੁੰਦੇ ਨੇ ਕਿ ਇਸ ਦਾ ਹੱਲ ਕੀ ਹੈ ਲੋਕ ਇਹ ਵੀ ਜਾਣਨਾ ਚਾਹੁੰਦੇ ਨੇ ਕਿ ਸਾਡਾ ਕੀ ਨੁਕਸਾਨ ਹੋ ਰਿਹਾ ਲੋਕਾਂ ਦਾ ਨੁਕਸਾਨ ਤਾਂ ਹੀ ਹੋ ਰਿਹਾ ਉਹਨਾਂ ਦੀ ਗੱਲ ਨਹੀਂ ਹੋ ਰਹੀ ਗੌਰਵ ਜੀ ਮੈਨੂੰ ਗੱਲ ਕਰਨ ਦਿਓ ਗੌਰਵ ਜੀ ਹੁਣ ਮੇਰੀ ਟਰਨ ਹੈ ਤੁਸੀਂ ਦੋਵੇਂ ਮੈਨੂੰ ਨਹੀਂ ਗੱਲ ਕਰਨ ਦੇ ਰਹੇ ਲੋਕਾਂ ਦਾ ਨੁਕਸਾਨ ਲੋਕਾਂ ਦੀ ਗੱਲ ਨਹੀਂ ਕਰਨ ਦੇ ਰਹੇ ਲੋਕੀ ਕੀ ਸੋਚ ਰਹੇ ਹੈ ਇਸ ਸਮੇਂ ਕਿ ਕਿਸ ਤਰੀਕੇ ਨਾਲ ਝਗੜ ਰਹੇ ਨੇ ਪੰਜਾਬੀਆਂ ਨੂੰ ਡੀਮੋਰਲਾਈਜ਼ ਕਰਨਾ ਚਾਹੁੰਦੇ ਆ ਗੱਲ ਕਰਦੇ ਬੋਲੀ ਜਾ ਰਿਹਾ ਇਹ ਵਾਰ-ਵਾਰ ਮੋਦੀ ਸਾਹਿਬ ਵਾਰ-ਵਾਰ ਪੰਜਾਬੀਆਂ ਨੂੰ ਬਦਨਾਮ ਕਰਦੇ ਆ ਆਪਣੀ ਟਰਨ ਲੈ ਲਈ ਮੇਰੀ ਟਰਨ ਨੂੰ ਜਵਾਬ ਦੇਣ ਦੀ ਜਵਾਬ ਸੁਣਨ ਦੀ ਹਿੰਮਤ ਨਹੀਂ ਹੈਗੀ ਇਹਨਾਂ ਚ ਮੈਂ ਉਹੀ ਕਹਿ ਰਿਹਾ ਸਰ ਕਿ ਦੋਵੇਂ ਹਾਂ ਤੁਸੀਂ ਆਪ ਉਲਝਦੇ ਰਹੋਗੇ ਤਾਂ ਲੋਕਾਂ ਦੀ ਗੱਲ ਨਹੀਂ ਹੋਣੀ ਮੁੱਦੇ ਦੀ ਗੱਲ ਨਹੀਂ ਹੋਣੀ ਕਿਉਂ ਆਪਾਂ ਸ਼ੁਰੂ ਹੋ ਜਾਂਦੇ ਫਿਰ ਉਹੀ 1947 ਤੋਂ ਲੈ ਕੇ ਹੁਣ ਤੱਕ ਸਾਰੀਆਂ ਗੱਲਾਂ ਤੁਸੀਂ ਇੱਕ ਵਾਰ ਰਿਪੀਟ ਕਰ ਦੇਣੀਆਂ ਉਹਨਾਂ ਨੇ ਰਿਪੀਟ ਕਰ ਦੇਣੀਆਂ ਕਿ ਜਿਹੜੀ ਗੱਲ ਹੈ ਕਿ ਮੁਕਤੀ ਰੱਦ ਹੋਏਗੀ ਨਹੀਂ ਹੋਏਗੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵੀਸੀ ਗੋਸਲ ਸਾਹਿਬ ਰਹਿਣਗੇ ਕਿ ਨਹੀਂ ਰਹਿਣਗੇ ਹੁਣ ਸਵਾਲ ਇਹੀ ਹੈ ਕੰਗ ਸਾਹਿਬ ਛੱਡੋ ਬਾਕੀ ਸਾਰੀਆਂ ਗੱਲਾਂ ਤੁਸੀਂ ਸਿੱਧਾ ਜਵਾਬ ਦਿਵੋ ਕਿ ਗੋਸਲ ਸਾਹਿਬ ਵੀਸੀ ਰਹਿਣਗੇ ਕਿ ਨਹੀਂ ਰਹਿਣਗੇ ਸਰਕਾਰ ਸਟੈਂਡ ਕਰਦੀ ਹੈ ਮੈਨੇਜਮੈਂਟ ਨਾਲ ਅਕੋਰਡਿੰਗ ਟੂ ਲਾਅ ਹੋਇਆ ਕਾਨੂੰਨ ਨਾ ਹੋਇਆ ਭਾਜਪਾ ਦੀ ਦਖਲਅੰਦਾਜ਼ੀ ਗੈਰਤਮੰਦ ਪੰਜਾਬੀ ਕਦੀ ਨਹੀਂ ਸਹਿਣਗੇ ਨਾ ਅਸੀਂ ਕਿਸਾਨੀ ਅੰਦੋਲਨ ਸਹੀ ਸੀ ਨਾ ਅੱਗੇ ਸਵਾਂਗੇ ਪਹਿਲਾਂ ਕਿਸਾਨਾਂ ਨੂੰ ਅਸੀਂ ਠੀਕ ਹੈ ਤੁਸੀਂ ਕਹਿ ਰਹੇ ਹੋ ਕਿ ਵੀਸੀ ਦੀ ਨਿਯੁਕਤੀ ਕੀਤੀ ਹੈ ਉਹ ਠੀਕ ਹੈ ਰਹੇਗੀ ਬਿਲਕੁਲ ਰਹਿਣਗੇ ਜਾਇਜ਼ ਹੋਈ ਹੈ ਠੀਕ ਹੈ ਉਹ ਰਹਿਣਗੇ ਤੁਸੀਂ ਕਹਿ ਰਹੇ ਹੋ ਬਿਲਕੁਲ ਕਾਨੂੰਨ ਦੇ ਮੁਤਾਬਿਕ ਅਕੋਰਡਿੰਗ ਟੂ ਠੀਕ ਹੈ ਸਰੀਨ ਸਾਹਿਬ ਮੈਨੇਜਮੈਂਟ ਦੇ ਅਧਿਕਾਰ ਠੀਕ ਹੈ ਸਰੀਨ ਸਾਹਿਬ ਹੋ ਗਿਆ ਨਾ ਸਰ ਹੋ ਗਿਆ ਪਲੀਜ਼ ਸਰੀਨ ਸਾਹਿਬ ਉਹ ਕਹ ਰਹੇ ਕਿ ਬਿਲਕੁਲ ਕਾਨੂੰਨ ਦੇ ਮੁਤਾਬਿਕ ਹੈ ਨਹੀਂ ਹੋਏਗੀ ਨਿਯੁਕਤੀ ਰੱਦ ਬੜਾ ਕਲੀਅਰ ਹੈ ਬਿਲਕੁਲ ਸਾਫ਼ ਗੌਰਵ ਜੀ ਇਹ ਨਿਯੁਕਤੀ ਟੋਟਲੀ ਇਲੀਗਲ ਹੈ ਇੱਕ ਇਹ ਕਹਿੰਦੇ ਨੇ ਬੋਰਡ ਨੇ ਨਿਯੁਕਤੀ ਕੀਤੀ ਬੋਰਡ ਦਾ ਚੇਅਰਮੈਨ ਕਿੱਥੇ ਸੀ ਬਿਨਾਂ ਚੇਅਰਮੈਨ ਦੇ ਤੁਸੀਂ ਮੀਟਿੰਗ ਕਰ ਲੋਗੇ ਸਵਾਲ ਤਾਂ ਇਹ ਪੈਦਾ ਹੁੰਦਾ ਇੱਥੋਂ ਇਲੀਗਲ ਮੀਟਿੰਗ ਹੋਈ ਹੈ ਜਿੱਥੇ ਆਪਣੇ ਵੀਸੀ ਸਾਹਿਬ ਜਿਹੜੇ ਐਸ ਪ੍ਰੈਜ਼ੈਂਟ ਹੈਗੇ ਨੇ ਉਹਨਾਂ ਦੇ ਪਰਸਨਲੀ ਉਹਨਾਂ ਦੇ ਕੋਈ ਐਕਸੈਪਟ ਦੀ ਗੱਲ ਨਹੀਂ ਕੀ ਸਵਾਲ ਤੇ ਪ੍ਰੋਸੀਜਰ ਫਾਲੋ ਕਰਨ ਦੀ ਹੈ ਆਮ ਆਦਮੀ ਪਾਰਟੀ ਦੇ ਇੱਕ ਮਿੰਟ ਹੁਣ ਤੁਹਾਡੀ ਗੱਲ ਪੂਰੀ ਕਰ ਲੈਂਦਾ ਪਲੀਜ਼ ਮੈਂ ਕਿਤੇ ਨਹੀਂ ਬੋਲਿਆ ਹੁਣ ਸਵਾਲ ਤੇ ਇਹ ਹੈ ਕਿ ਜਿਸ ਬੋਰਡ ਨੇ ਰਿਕਮੈਂਡ ਕਰਨਾ ਉਹਦਾ ਚੇਅਰਮੈਨ ਮੀਟਿੰਗ 'ਚ ਕਿਉਂ ਨਹੀਂਗਾ ਉਹਨੂੰ ਕਿਉਂ ਨਹੀਂ ਬੁਲਾਇਆ ਗਿਆ ਜਦ ਉਹ ਚੇਅਰਮੈਨ ਦੇ ਬਿਨਾਂ ਮੀਟਿੰਗ ਕਿਵੇਂ ਹੋ ਸਕਦੀ ਕਿਸੇ ਵੀ ਬੋਰਡ ਦੀ ਮੀਟਿੰਗ ਹੋਵੇ ਬਿਨਾਂ ਚੇਅਰਮੈਨ ਦੇ ਬੋਰਡ ਦੀ ਮੀਟਿੰਗ ਹੋ ਜਾਏਗੀ ਕਿਆ ਮਜ਼ਾਕ ਹੈ ਇਹਨਾਂ ਦਾ ਸਿਰਫ ਇਹ ਹੈ ਕਿ ਜੋ ਅਸੀਂ ਕਹੀਏ ਉਹ ਉਹੀ ਕਾਨੂੰਨ ਹੈ ਕਾਨੂੰਨ ਦੇ ਹਿਸਾਬ ਨਾਲ ਦੇਸ਼ ਚੱਲੇਗਾ ਸੰਵਿਧਾਨ ਦੇ ਹਿਸਾਬ ਨਾਲ ਚੱਲੇਗਾ ਇਹਨਾਂ ਦੀ ਧੱਕੇਸ਼ਾਹੀ ਨਹੀਂ ਚੱਲਣ ਦੇਵਾਂਗੇ ਆਮ ਆਦਮੀ ਪਾਰਟੀ ਦੀ ਔਰ ਇਹ ਜਿਸ ਤਰੀਕੇ ਨਾਲ ਪੰਜਾਬ ਨੂੰ ਲੁੱਟਣ ਲੱਗੇ ਨੇ ਇੱਕ ਸਵਾਲ ਦਾ ਜਵਾਬ ਦੇ ਦਿਓ ਅਸੀਂ ਨਹੀਂ ਚੱਲਣ ਦੇਣਗੇ ਇੱਕ ਸੈਕਿੰਡ ਸਰ ਇੱਕ ਸਵਾਲ ਦਾ ਜਵਾਬ ਦੇ ਦਿਓ ਕਿ ਇਸ ਤੋਂ ਪਹਿਲਾਂ ਜਿਹੜੀਆਂ ਨਿਯੁਕਤੀਆਂ ਹੋਈਆਂ ਨੇ ਕਿ ਉਹ ਇਸ ਤਰੀਕੇ ਨਾਲ ਬੋਰਡ ਆਫ ਮੈਨੇਜਮੈਂਟ ਦੀ ਮੀਟਿੰਗ ਹੋਈ ਤੇ ਉੱਥੇ ਚਾਂਸਲਰ ਯਾਨੀ ਕਿ ਰਾਜਪਾਲ ਪਹੁੰਚੇ ਮੀਟਿੰਗ 'ਚ ਬੈਠੇ ਨਾਮ ਫਾਈਨਲ ਹੋਇਆ ਕਿ ਠੀਕ ਹੈ ਇਹਨਾਂ ਨੂੰ ਵੀਸੀ ਲਗਾ ਦਿੱਤਾ ਜਾਵੇ ਇਦਾਂ ਹੋਇਆ ਪਹਿਲਾਂ ਗੌਰਵ ਜੀ ਇੱਥੇ ਇਹਦੇ 'ਚ ਫਰਕ ਕੀ ਹੈਗਾ ਆਪਾਂ ਨੂੰ ਬੇਸਿਕ ਚੀਜ਼ ਸਮਝਣ ਦੀ ਲੋੜ ਹੈ ਸਮਝਾਓ ਉਹਦੇ ਵਿੱਚ ਵੀਸੀ ਪ੍ਰੈਜ਼ੈਂਟ ਹੁੰਦਾ ਸੀ ਉਸ ਤੋਂ ਪਹਿਲਾਂ ਜਿਹੜੀ ਬੋਰਡ ਦੀ ਮੀਟਿੰਗਾਂ ਹੁੰਦੀਆਂ ਸਨ ਨਹੀਂ ਸਰ ਮੈਂ ਵੀਸੀ ਦੀ ਨਿਯੁਕਤੀ ਦਾ ਜ਼ਿਕਰ ਸੁਣ ਲਓ ਇੱਕ ਮਿੰਟ ਸੁਣ ਲਓ ਮੇਰੀ ਗੱਲ ਨੂੰ ਆਊਟਗੋਇੰਗ ਵੀਸੀ ਅਵੇਲੇਬਲ ਹੁੰਦਾ ਸੀਗਾ ਜੇ ਚੇਅਰਮੈਨ ਦੀ ਨੌਲੇਜ ਵੀ ਨਾ ਹੋਵੇ ਕਿ ਮੀਟਿੰਗ ਹੋ ਗਈ ਇਜ਼ ਇਟ ਪੋਸੀਬਲ ਮੈਨੂੰ ਇੱਕ ਚੀਜ਼ ਚੇਅਰਮੈਨ ਮੀਟਿੰਗ 'ਚ ਆਵੇ ਜਾਂ ਨਾ ਆਵੇ ਇੱਕ ਸੈਪਰੇਟ ਇਸ਼ੂ ਹੈਗਾ ਲੇਕਿਨ ਉਸ ਬੋਰਡ ਦੇ ਚੇਅਰਮੈਨ ਨੂੰ ਦੱਸੇ ਵੀ ਨਾ ਜਾਵੇ ਕਿ ਮੀਟਿੰਗ ਹੋ ਰਹੀ ਹੈ ਕਿਆ ਇਹ ਲੀਗਲ ਹੈ ਮੇਰਾ ਇੱਕ ਸਵਾਲ ਹੈ ਉਸ ਬੋਰਡ ਦੇ ਜਿਸ ਬੋਰਡ ਨੇ ਸਿਲੈਕਸ਼ਨ ਕਰਨੀ ਹੈ ਉਸ ਬੋਰਡ ਦੇ ਚੇਅਰਮੈਨ ਨੂੰ ਵੀ ਨਹੀਂ ਪਤਾ ਕਿ ਮੀਟਿੰਗ ਹੋ ਗਈ ਹੈ ਠੀਕ ਹੈ ਚਲੋ ਕਿੱਥੋਂ ਦੀ ਮਨਮਰਜ਼ੀ ਹੋਈ ਮੈਂ ਤਾਂ ਸਮਾਂ ਪੂਰਾ ਹੋਰ ਕੀ ਹੈ ਹੋਰ ਕੀ ਹੈ ਸਰੀਨ ਸਾਹਿਬ ਦੋ 30 ਸੈਕਿੰਡ ਸਿੱਧਾ ਸਵਾਲ ਹੈ ਸਿੱਧਾ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ ਕੰਗ ਸਾਹਿਬ ਦੂਜੀ ਗੱਲ ਇਹ ਵੀ ਹੈ ਲੋਕ ਇਹ ਵੀ ਜਾਣਨਾ ਚਾਹੁੰਦੇ ਨੇ ਕਿ ਦੋ ਚਿੱਠੀਆਂ ਕਿਉਂ ਕਿ ਇੱਕ ਮੀਡੀਆ ਦੇ ਵਿੱਚ ਆ ਗਈ ਤੇ ਇੱਕ ਰਾਜਪਾਲ ਸਾਹਿਬ ਨੂੰ ਭੇਜ ਦਿੱਤੀ ਗਈ ਦੋਵੇਂ ਵੱਖ-ਵੱਖ ਇਹ ਵੀ ਕਿਉਂ
ਦੇਖੋ ਜਿਹੜੇ ਇੰਸਟੀਚਿਊਟ ਹੁੰਦੇ ਆ ਨਾ ਭਾਜਪਾ ਦੀ ਉੱਥੇ ਨਜ਼ਰ ਰਹਿੰਦੀ ਆ। ਜੇਐਨਯੂ ਦਾ ਰਿਕਾਰਡ ਫਿਰ ਉਹੀ ਗੱਲ ਪੰਜਾਬ ਯੂਨੀਵਰਸਿਟੀ ਦਾ ਸੁਣ ਲਓ ਜੀ। ਹੁਣ ਮੈਂ ਵਿੱਚ ਬੋਲਿਆ ਨਹੀਂ, ਫਿਰ ਸ਼ੁਰੂ ਕਰਾਉਣਾ ਉਹੀ ਤੇ ਸ਼ੁਰੂ ਹੋ ਜਾਵੇ। ਮੈਂ ਘੱਟ ਨਹੀਂ ਪੰਜਾਬ ਤੁਹਾਡੀ ਯੂਨੀਵਰਸਿਟੀ ਦਾ ਇਹਨਾਂ ਨੇ ਪਹਿਲਾਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਖਤਮ ਕਰਨ ਦੀ ਸਾਜ਼ਿਸ਼ ਰਚੀ। ਇਹਨਾਂ ਲੋਕਾਂ ਨੇ 100 ਸਾਲ ਪੁਰਾਣੀ ਸਾਡੀ ਪੰਜਾਬ ਯੂਨੀਵਰਸਿਟੀ, ਇਹਨਾਂ ਦੀ ਸਾਜ਼ਿਸ਼ ਅਸੀਂ ਸਫਲ ਨਹੀਂ ਹੋਣ ਦਿੱਤੀ। ਇਹ ਪੰਜਾਬੀ ਗੈਰਤਮੰਦ ਲੋਕ ਹੁੰਦੇ ਆ। ਹੁਣ ਇਹਨਾਂ ਨੇ ਪੀਏਯੂ, ਇਹਨਾਂ ਨੇ ਇੱਕ ਜਵਾਬ ਨਹੀਂ ਆਇਆ ਕਿ 10 ਦਿਨ ਇੱਕ ਵੀ ਗਵਰਨਰ ਨੇ ਅਪਾਇੰਟਮੈਂਟ ਅੱਜ ਤੱਕ ਕੀਤੀ ਹੋਵੇ। ਕਿਹੜੀ ਮੀਟਿੰਗ 'ਚ ਗਵਰਨਰ ਗਿਆ ਅੱਜ ਤੱਕ? ਇਹ ਖਾਮ ਖਾਂ ਪੰਜਾਬੀਆਂ ਨੂੰ ਨੀਚਾ ਵਿਖਾਉਣ ਦੀ ਸਾਜ਼ਿਸ਼ ਹੈ ਭਾਜਪਾ ਦੀ। ਇੱਕ ਬਹੁਤ ਰੀਨੌਂਡ ਐਗਰੀਕਲਚਰ ਸਾਇੰਸਿਸ ਦੀ ਅਪਾਇੰਟਮੈਂਟ ਹੋਈ ਆ, ਬੋਰਡ ਆਫ ਮੈਨੇਜਮੈਂਟ ਨੇ ਕੀਤੀ ਆ, ਪੰਜਾਬੀਆਂ ਨੇ ਕੀਤੀ ਆ, ਉਸ ਯੂਨੀਵਰਸਿਟੀ ਦੇ ਖੁਦ ਮੁਖਤਿਆਰ ਬੋਰਡ ਨੇ ਕੀਤੀ ਆ। ਭਾਜਪਾ ਨੂੰ ਇਹ ਚੰਗਾ ਨਹੀਂ ਲੱਗਦਾ। ਭਾਜਪਾ ਦੀ ਚਿੱਠੀਆਂ ਦੋ ਪਹਿਲਾਂ ਜਵਾਬ ਨਹੀਂ ਦੇਣਾ ਇਹਨਾਂ ਨੇ, ਪੂਰਾ ਜਵਾਬ ਦਿੱਤਾ ਇਹਨਾਂ ਨੇ। ਮੈਨੂੰ ਪੂਰਾ ਜਵਾਬ ਦੇਣ ਦਿਓ। ਪਹਿਲਾਂ ਇਹਨਾਂ ਨੇ ਸਾਡੀ ਕਿਸਾਨੀ ਨੂੰ ਤਬਾਹੀ ਰਚਣ ਦੀ ਸਾਜ਼ਿਸ਼ ਰਚੀ। ਕਿਸਾਨੀ ਜੇ ਦੂਜੇ ਪਾਸੇ ਜਾਣਾ ਫਿਰ ਮੈਂ ਬੋਲੂਗਾ। ਹੁਣ ਇਹਨਾਂ ਨੇ ਸਾਡੀ ਐਗਰੀਕਲਚਰ ਯੂਨੀਵਰਸਿਟੀ, ਜਿਹਦਾ ਐਕਟ ਜਿਹੜਾ ਪਾਰਲੀਮੈਂਟ ਚੋਂ ਪਾਸ ਹੋਇਆ, ਜਿਹੜਾ ਦੇਸ਼ 'ਚ ਇਕਲੌਤਾ ਐਕਟ ਹੈ ਜਿੱਥੇ ਬੋਰਡ ਆਫ ਮੈਨੇਜਮੈਂਟ ਜਿਹੜਾ ਆ ਆਪਣੇ ਵਾਈਸ ਚਾਂਸਲਰ ਦੀ ਅਪਾਇੰਟਮੈਂਟ ਕਰਦਾ, ਉਹਦਾ ਚਾਰਜ ਦੇਣ ਦਾ ਅਧਿਕਾਰ ਰੱਖਦਾ ਹੈ। ਉਸ ਪੀਏਯੂ ਦਾ ਰਾਜਨੀਤੀਕਰਨ ਕਰਨਾ ਚਾਹੁੰਦੇ ਆ, ਸਾਨੂੰ ਪੰਜਾਬੀਆਂ ਨੂੰ ਨੀਚਾ ਵਿਖਾਉਣਾ ਚਾਹੁੰਦੇ ਆ। ਇਹ ਬਿਲਕੁਲ ਨਹੀਂ ਸਹਿਨ ਕਰਾਂਗੇ ਅਸੀਂ। ਤੁਸੀਂ ਜੇਐਨਯੂ 'ਚ ਕਰ ਲਈ ਸਮਾਂ ਖਤਮ ਹੋ ਰਿਹਾ ਸਰ। ਤਮਿਲਨਾਡੂ ਮੈਨੂੰ ਜਵਾਬ ਦੇਣ ਦਿਓ। ਪੰਜਾਬ 'ਚ ਨਹੀਂ ਕਰਨ ਦੇਵਾਂਗੇ, ਬਿਲਕੁਲ ਨਹੀਂ ਕਰਨ ਦੇਵਾਂਗੇ। ਤੁਸੀਂ ਆਪਣੀ ਗੱਲ ਰੱਖ ਲਓ ਸਰ, ਮੈਂ ਕੰਪਲੀਟ ਕਰ ਰਹੇ। ਗੌਰਵ ਮੈਨੂੰ ਗੱਲ ਕਰ ਲੈਣ ਦਿਓ ਜੀ ਪਲੀਜ਼। ਇਹ ਜਿੰਨਾ ਮਰਜ਼ੀ ਧੱਕਾ ਲਾ ਲੈਣ, ਜੋ ਪੰਜਾਬੀਆਂ ਦੇ ਨਾਲ ਧੱਕੇਸ਼ਾਹੀ ਇਹ ਕਰਦੇ ਪਏ ਨੇ, ਪੰਜਾਬੀਆਂ ਦਾ ਖੂਨ ਇਹ ਚੂਸਦੇ ਪਏ ਨੇ, ਔਰ ਪੰਜਾਬ ਦੇ ਅਨਾਰਕੀ ਇਹ ਚਲਾ ਰਹੇ ਨੇ। ਕੇਜਰੀਵਾਲ ਪੰਜਾਬ ਨੂੰ ਚਲਾ ਰਿਹਾ ਹੈ। ਮੈਨੂੰ ਇੱਕ ਚੀਜ਼ ਦੱਸੋ, ਮੁੱਖ ਮੰਤਰੀ ਦੇ 2 ਲੈਟਰ ਸਾਈਨ ਹੋਣਗੇ? ਮੈਨੂੰ ਇੱਕ ਚੀਜ਼ ਦੱਸੋ, ਮੈਂ ਸਰ ਪਹਿਲਾਂ ਹੀ ਸ਼ੁਰੂਆਤ ਦੇ ਵਿੱਚ ਕਿਹਾ ਸੀ ਸਾਈਨ ਕਰੇਗਾ। ਆਪਾਂ ਅੱਜ ਸਾਰੇ ਗੈਸਟ ਬੁਲਾ ਲੈਣੇ ਸੀ, ਨਹੀਂ ਤਾਂ ਫਿਰ ਉਹੀ ਤਰੀਕੇ ਨਾਲ ਪੋਲੀਟੀਕਲ ਡਿਬੇਟ ਹੁੰਦੀ। ਅੱਜ ਅਸੀਂ ਇਸ ਡਿਬੇਟ ਨੂੰ ਐਵੇਂ ਕਿਉਂ ਕੀਤਾ? ਇਹ ਦਰਸ਼ਕ ਸਮਝਣ ਇਸ ਗੱਲ ਨੂੰ ਵੀ। ਅਸੀਂ ਚਾਹ ਰਹੇ ਸੀ ਕਿ 2 ਮਹਿਮਾਨ ਆਣ, ਇੱਕ ਪਾਸੇ ਬੀਜੇਪੀ ਜਿਨ੍ਹਾਂ ਦੇ ਉੱਤੇ ਇਲਜ਼ਾਮ ਹੈ, ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਜਿਨ੍ਹਾਂ ਦੇ ਉੱਤੇ ਨਿਯੁਕਤੀ ਦੇ ਵਿੱਚ ਕਾਨੂੰਨ ਦੀ ਪਾਲਣਾ ਨਾ ਕਰਨ ਦੇ ਇਲਜ਼ਾਮ ਰਾਜਪਾਲ ਲਗਾ ਰਹੇ ਨੇ, ਤਾਂ ਆਮੋ ਸਾਹਮਣੇ ਹੋਵੇ। ਖੈਰ, ਦੋਵਾਂ ਦਾ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਖਾਸ ਤੌਰ ਤੇ ਦਰਸ਼ਕਾਂ ਦਾ ਧੰਨਵਾਦ ਜਿਨ੍ਹਾਂ ਨੇ ਇਹ ਪੂਰਾ ਪਿਛਲੇ ਅੱਧੇ ਘੰਟੇ ਦੇ ਵਿੱਚ ਬਹੁਤ ਧਿਆਨ ਲਗਾ ਕੇ ਜੋ ਗੱਲਬਾਤ ਦੋਵੇਂ ਆਗੂਆਂ ਦੇ ਵਿਚਾਲੇ ਹੋ ਰਹੀ ਸੀ, ਉਹਦੇ ਵਿੱਚੋਂ ਪੁਆਇੰਟ ਫੜ ਕੇ ਸਮਝਣ ਦੀ ਕੋਸ਼ਿਸ਼ ਕੀਤੀ ਕਿ ਆਖਿਰ ਹੋ ਕੀ ਰਿਹਾ ਹੈ। ਖੈਰ, ਉਮੀਦ ਹੈ ਕਿ ਕੁਝ ਨਾ ਕੁਝ ਸਮਝ ਆਇਆ ਹੋਵੇਗਾ। ਮੈਨੂੰ ਵੀ ਥੋੜਾ ਸਮਝ ਆਇਆ। ਪਰ ਗੱਲ ਇਹ ਹੈ ਕਿ ਵਾਕਈ ਹੀ ਕਾਨੂੰਨ ਦੇ ਮੁਤਾਬਿਕ ਨਿਯੁਕਤੀ ਨਹੀਂ ਹੋਈ, ਕਿ ਵਾਕਈ ਹੀ ਕਾਨੂੰਨ ਦੇ ਮੁਤਾਬਿਕ ਨਿਯੁਕਤੀ ਹੋਈ ਹੈ। ਦੋਵੇਂ ਤਰ੍ਹਾਂ ਦੇ ਆਪੋ ਆਪਣੇ ਤਰਕ ਨੇ। ਡਿਬੇਟ ਉਹੀ ਚੰਗੀ ਲੱਗਦੀ ਜੇਕਰ ਫੈਕਟ ਦੇ ਉੱਪਰ ਆ ਕੇ ਦੋਵੇਂ ਧਿਰਾਂ ਗੱਲ ਕਰਦੀਆਂ। ਕਿਸਾਨ ਅੰਦੋਲਨ ਤੋਂ ਲੈ ਕੇ ਪਿਛਲੀਆਂ ਜਿਹੜੀਆਂ ਯੂਨੀਵਰਸਿਟੀਆਂ ਦੇ ਵੀਸੀ ਨੇ, ਉਹਨਾਂ ਸਭ ਦਾ ਜ਼ਿਕਰ ਹੋ ਗਿਆ। ਪਰ ਅੱਜ ਵਾਲੇ ਵਿਵਾਦ ਦੇ ਉੱਤੇ ਕਿਤੇ ਨਾ ਕਿਤੇ ਦੋਵੇਂ ਪਾਰਟੀਆਂ ਨਹੀਂ ਆਈਆਂ। ਹੁਣ ਉਮੀਦ ਕਰਦੇ ਹਾਂ ਕਿ ਕਿਸੇ ਨਾ ਕਿਸੇ ਹਿੱਲੇ ਵਸੀਲੇ ਤਾਂ ਪਤਾ ਲੱਗੇਗਾ ਕਿ ਆਖਿਰ ਹੋਇਆ ਕੀ ਹੈ। ਪਰ ਸਭ ਤੋਂ ਅਹਿਮ ਇਹ ਹੈ ਕਿ ਹੁਣ ਹੋਏਗਾ ਕੀ, ਕਿ ਬਾਕੀ ਰਾਜਪਾਲ ਕੋਈ ਕਾਨੂੰਨੀ ਰਾਏ ਤੋਂ ਬਾਅਦ ਕੋਈ ਵੱਡਾ ਐਕਸ਼ਨ ਲੈਣਗੇ ਜਾਂ ਫਿਰ ਸਰਕਾਰ ਐਕਸ਼ਨ ਲੈਣ ਦੇ ਲਈ ਅਦਾਲਤ ਦਾ ਰੁਖ ਕਰ ਲਏਗੀ। ਸਾਡੀ ਨਜ਼ਰ ਬਣੀ ਰਹੇਗੀ, ਤੁਹਾਨੂੰ ਅਪਡੇਟ ਕਰਾਂਗੇ। ਫਿਲਹਾਲ ਪ੍ਰਾਈਮ ਟਾਈਮ ਦੇ ਵਿੱਚ ਅੱਜ ਦੇ ਲਈ ਇੰਨਾ ਹੀ।